ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਹਿਰ ਆਨੰਦ ਬਿਲੰਦ ਕਰ। ਸ਼੍ਰੀ ਹਰਿਗੋਬਿੰਦ ਚੰਦ ਸੁੰਦਰ ਮੰਦਿਰ ਕੋ ਗਏ। ਮੁਖ ਮਨਿੰਦ ਅਰਬਿੰਦ ਵਹਿਰ ਆਨੰਦ ਬਿਲੰਦ ਕਰ। ਸ਼੍ਰੀ ਹਰਿਗੋਬਿੰਦ ਚੰਦ ਸੁੰਦਰ ਮੰਦਿਰ ਕੋ ਗਏ। ਮੁਖ ਮਨਿੰਦ ਅਰਬਿੰਦ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ, ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜ਼ੂਰ, ਜਹਰਾ ਜਹੂਰ ਰਾਜ਼ਕ ਰਹੀਮ ਕਾਮੁਲ ਕਰੀਮ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਗਰੀਬ ਨਵਾਜ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਨਿਤਾ ਪ੍ਰਤ ਸਤ ਸੰਗਤ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ, ਜਿਸ ਸੰਗਤ ਦੇ ਅੰਦਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਕੰਨਾਂ ਰੂਪ ਡੋਨਿਆਂ ਦੇ ਰਾਹੀਂ ਸ਼ਰਵਣ ਰੂਪ ਛਕਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰਾਂ ਦੇ ਦਰ ਕਰਦੀ ਸੋਭਾ ਸ਼ਰਵਣ ਕਰਕੇ ਤਨ ਮਨ ਹੋਏ ਨਿਹਾਲ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਹਾਂ। ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ ਹੈ ਜੀ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਜੀ ਪਾਤਸ਼ਾਹ ਜੀਆਂ ਦੀ ਸ਼ਹਾਦਤ ਤੋਂ ਮਗਰੋਂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ, ਜਾਂ ਇਉਂ ਕਹਿ ਲਓ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਹੁਣ ਛੇਵਾਂ ਸਰੂਪ ਧਾਰਨ ਕਰ ਲਿਆ ਹੈ। ਜੋਤ ਛੇਵੇਂ ਪਾਤਸ਼ਾਹ ਅੰਦਰ ਬੜਜੋ ਦਾ ਬਹੁ ਪਰ ਉਪਕਾਰੀ ਐਸੇ ਅਜਾਨ ਬਾਹੋ ਬੰਦੀ ਛੋੜ ਦਾਤਾ ਜੀ ਅੰਦਰ ਪ੍ਰਵੇਸ਼ ਕੀਤੀ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਅੰਤਲੇ ਸਮੇਂ ਹੋਏ ਹੁਕਮਾਂ ਨੂੰ ਸੀਸ ਮੱਥੇ ਮੰਨਿਆ ਔਰ ਪੂਰਾ ਕਰਨ ਦਾ ਸੰਕਲਪ ਧਾਰਨਾ ਕੀਤਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ, ਫਿਰ ਕੁਝ ਦਿਨ ਮਗਰੋਂ ਅੰਮ੍ਰਿਤਸਰ ਸਾਹਿਬ ਸਹਿਜ ਪਾਠ ਦੇ ਆਰੰਭਤਾ ਹੋਈ। ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਿੰਘ ਲੱਗੇ, ਸਿੱਖ ਲੱਗੇ। ਇਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨਿਮਿਤ ਇੱਕ ਸ਼੍ਰੀ ਸਹਿਜ ਪਾਠ ਦੀ ਸੰਪੂਰਨਤਾ 10ਵੇਂ ਦਿਨ ਭੋਗ ਪਾਏ। ਉਪਰੰਤ ਕੀਰਤਨ ਸਿੱਖਾਂ ਰਬਾਬੀਆਂ ਵੱਲੋਂ ਕੀਤਾ ਗਿਆ। ਬੇਅੰਤ ਰਾਗੀ ਜਥਿਆਂ ਨੇ ਹਾਜ਼ਰੀਆਂ ਭਰੀਆਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ੋਭਾ ਵਡਿਆਈ ਕੀਤੀ। ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਪਹੁੰਚ ਰਹੀਆਂ। ਸਤਿਗੁਰਾਂ ਦੇ ਘਰ ਵੱਲੋਂ ਹੁਕਮਨਾਮੇ ਸੰਗਤਾਂ ਦੇ ਨਾਮ ਜਾਰੀ ਕੀਤੇ ਸਨ। ਬੇਅੰਤ ਮਸੰਦ ਸੰਗਤ ਲੈ ਲੈ ਕੇ ਪਹੁੰਚ ਰਹੇ ਹੈ। ਬਹੁਤ ਭਾਰੀ ਦੀਵਾਨ ਸਜ ਚੁੱਕਾ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਦੇ ਵਿਚਕਾਰ ਸਜੇ ਫਬੇ ਹੋਏ ਹਨ ਤੇ ਸਾਧ ਸੰਗਤ ਜੀ ਮਸੰਦ, ਜਿਨ੍ਹਾਂ ਪਿਛਲੇ ਸਮੇਂ ਤੋਂ ਗੁਰੂ ਘਰ ਦੀ ਬੇਅੰਤ ਸੇਵਾ ਨਿਭਾਉਣਾ ਕੀਤੀ, ਜਿਵੇਂ ਕੋ ਪਿਛਲੀ ਮਰਿਆਦਾ ਬਣੀ ਹੋਈ ਹੈ, ਇੱਕ ਮੰਜੀ ਸਾਹਿਬ ਮਾਲਾ ਤੇ ਸੇਲੀ ਲੈ ਕਰਕੇ ਪਹੁੰਚ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਹਜ਼ੂਰ ਇਹ ਤਿੰਨੇ ਵਸਤਾਂ ਰੱਖ ਦਿੱਤੀਆਂ। ਵੇਖ ਕੇ ਚੌਜੀ ਪਾਤਸ਼ਾਹ ਬੰਦੀ ਛੋੜ ਦਾਤਾ ਬਾਬਾ ਬੁੱਢਾ ਸਾਹਿਬ ਜੀ ਵੱਲ ਮੁਸਕਰਾਉਂਦੇ ਹੋਏ ਤੱਕੇ ਔਰ ਬਚਨ ਕੀਤਾ ਕਿ ਬਾਬਾ ਬੁੱਢਾ ਸਾਹਿਬ ਜੀ ਮਸੰਦ ਕੀ ਜਣਾਉਣਾ ਚਾਹੁੰਦੇ ਹੈ ਵੀ ਮਾਲਾ ਫੜ ਲਈਏ, ਮੰਜੀ 'ਤੇ ਬੈਠੇ ਰਹੀਏ। ਔਰ ਇਹਨਾਂ ਨੂੰ ਅਜੇ ਇਸ ਗੱਲ ਦੀ ਸੋਝੀ ਨਹੀਂ ਪਈ ਵੀ ਹੁਣ ਸਮਾਂ ਮਾਲਾ ਪਕੜਨ ਦਾ ਨਹੀਂ। ਜਿਹੜਾ ਕੁਝ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਹੋ ਚੁੱਕਾ ਹੈ, ਦੱਸੋ ਇਹਨਾਂ ਨੂੰ ਉਹ ਸਾਰਾ ਕੁਝ ਵੇਖ ਕੇ ਅਜੇ ਲੱਗਦਾ ਹੈ ਵੀ ਅਸੀਂ ਮਾਲਾ ਫੜ ਕੇ ਤਖਤ 'ਤੇ ਬਵਾਂਗੇ। ਇਸ ਤਰ੍ਹਾਂ ਦੇ ਬਚਨ ਕੀਤੇ। ਸਭ ਪਾਸੇ ਹਾਹਾਕਾਰ ਮਚ ਗਈ। ਸਿੱਖ ਹੈਰਾਨ ਹੁੰਦੇ ਹੈ।
ਤੇ ਖੜੇ ਹੋ ਕਰਕੇ ਸੰਗਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਪੂਰੇ ਜਾਹੋ ਜਲਾਲ ਤੇਜ ਪ੍ਰਤਾਪ ਦੇ ਨਾਲ ਹਕੂਮਤ ਨੂੰ ਵੰਗਾਰਿਆ। ਸੰਗਤ ਨੂੰ ਜਾਣੂ ਕਰਵਾ ਦਿੱਤਾ ਵੀ ਅਸੀਂ ਹੁਣ ਸਤਿਗੁਰਾਂ ਦੀ ਸ਼ਹਾਦਤ ਤੇ ਚੁੱਪ ਨਹੀਂ ਬੈਠਾਂਗੇ। ਜਿਨ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਮ ਬਾਣੀ ਜਪਦਿਆਂ ਦੇ ਉੱਪਰ ਤਸੀਹੇ ਕੀਤੇ, ਜ਼ੁਲਮ ਢਾਇਆ ਹੈ, ਚੰਦੂ ਵਰਗੇ ਪਾਪੀਆਂ ਦੇ ਨੱਕ ਵਿੱਚ ਨੱਥ ਪਾ ਕੇ ਧੂ ਲਿਆਵਾਂਗੇ। ਹਰ ਸਮੇਂ ਦੀ ਜ਼ਾਲਮ ਹਕੂਮਤ ਦੇ ਨਾਲ ਅਸੀਂ ਪੂਰੀ ਟੱਕਰ ਲਵਾਂਗੇ। ਅਸੀਂ ਸ਼ਾਸਤਰ ਧਾਰੀ ਹੋ ਕੇ ਜੰਗ ਯੁੱਧ ਦਾ ਅਭਿਆਸ ਕਰਾਂਗੇ। ਸੂਰਮੇ ਸਿੱਖਾਂ ਨੂੰ ਨਾਲ ਰੱਖਾਂਗੇ, ਫੌਜ ਤਿਆਰ ਕਰਾਂਗੇ, ਘੋੜਿਆਂ 'ਤੇ ਚੜ੍ਹਾਂਗੇ, ਦਮਾਲੇ ਸਜਾਵਾਂਗੇ। ਹੋਰ ਬੇਅੰਤ ਤਰ੍ਹਾਂ ਦੇ ਐਲਾਨ ਜਿਹੜੇ ਆ ਭਰੀ ਸੰਗਤ ਪੰਡਾਲ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਰ ਦਿੱਤੇ। ਸੁਣਨ ਵਾਲੇ ਸੁਣ ਕੇ ਖੁਸ਼ ਹੁੰਦੇ ਆ। ਜਿਹੜੇ ਕੋਈ ਤਗੜੇ ਦਿਲਾਂ ਵਾਲੇ ਹਨ, ਜਿਹੜੇ ਕਮਜ਼ੋਰ ਦਿਲੀਏ ਆ, ਉਹ ਇਹੋ ਜਿਹੀ ਮਹਾਰਾਜ ਦੀ ਤਕਰੀਰ ਸੁਣ ਕਰਕੇ ਮਨ ਢਹਿ ਗਏ, ਲੱਤਾਂ ਭਾਰ ਨਾ ਚੱਲੀਆਂ ਤੇ ਡਰਦੇ ਸੰਗਤ ਵਿੱਚ ਨੀਵੀਆਂ ਪਾ ਲਈਆਂ, ਬੋਲਣੋਂ ਰਹਿ ਗਏ। ਦੌੜੇ ਹੋਏ ਧੰਨ ਮਾਤਾ ਗੰਗਾ ਜੀ ਦੇ ਪਾਸ ਪਹੁੰਚ ਕਰਕੇ ਬੇਨਤੀਆਂ ਕਰਨ ਲੱਗੇ ਕਿ ਮਾਤਾ ਜੀ, ਆਪਣੇ ਪੁੱਤਰ ਹਰਗੋਬਿੰਦ ਸਾਹਿਬ ਸਾਹਿਬਜ਼ਾਦਾ ਨੂੰ ਤੁਸੀਂ ਸਮਝਾਓ, ਤੁਹਾਨੂੰ ਸਮਝਾਉਣਾ ਚਾਹੀਦਾ, ਬਣਦਾ ਹੈ। ਸਮੇਂ ਦੀ ਹਕੂਮਤ ਦੇ ਨਾਲ ਟੱਕਰ ਲੈਣ ਦੀ ਗੱਲ ਕਰਦੇ ਹੈ, ਫੌਜਾਂ ਰੱਖਣ ਦੀ ਗੱਲ ਕਰਦੇ ਹੈ। ਚੰਦੂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ। ਦੱਸੋ ਭਲਾ ਐਡੇ ਵੱਡੇ ਅਹੁਦੇਦਾਰ ਦੇ ਨੱਕ ਵਿੱਚ ਕਿਵੇਂ ਨੱਥ ਪਾਈ ਜਾ ਸਕਦੀ ਹੈ? ਇਹਨਾਂ ਨੂੰ ਸਮਝਾਓ ਕਿ ਜੰਗ ਬਿਰਤੀ ਤਿਆਗ ਦੇਣ, ਸ਼ਸਤਰਾਂ ਦਾ ਖਿਆਲ ਮਨ 'ਚੋਂ ਕੱਢ ਕੇ ਤੇ ਸੰਗਤਾਂ ਨੂੰ ਉਪਦੇਸ਼ ਦੇਣ, ਉਧਾਰਾ ਕਰਨ, ਇਸ ਪਾਸੇ ਨਾ ਤੁਰਨ। ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਜਿੰਨਾ ਸ਼ਹੀਦ ਕੀਤਾ, ਸਾਡੀ ਉਹਨਾਂ ਦੇ ਅੱਗੇ ਕੋਈ ਪੇਸ਼ਵਾਹ ਨਹੀਂ ਗਈ। ਤੁਰਕਾਂ ਦਾ ਬਹੁਤ ਜ਼ੋਰ ਹੈ, ਮਨ ਭਾਉਂਦੀਆਂ ਕਰਦੇ ਆ, ਚਮਦੀਆਂ ਚਲਾਉਂਦੇ ਆ, ਜਿਹਨੂੰ ਚਾਹਣ ਰੁਤਬਾ ਦੇ ਦਿੰਦੇ ਆ, ਜਿਹਨੂੰ ਚਾਹੁੰਦੇ ਆ ਉਹਨੂੰ ਫਾਹੀ ਲਾ ਦਿੰਦੇ, ਜ਼ੁਲਮ ਢਾਉਂਦੇ, ਕੋਈ ਬੋਲਣ ਵਾਲਾ ਨਹੀਂ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਆਖੋ ਵੀ ਇੱਦਾਂ ਨਾ ਕਰਨ, ਜੇ ਇਸ ਪਾਸੇ ਤੁਰਾਂਗੇ ਹਕੂਮਤ ਬਹੁਤ ਵੈਰੀ ਬਣ ਜਾਵੇਗੀ। ਸਿੱਖਾਂ ਦਾ ਤੇ ਤੁਹਾਡੇ ਘਰ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਇਹ ਡਰਦੇ ਹੋਏ ਮਸੰਦ ਮਾਤਾ ਗੰਗਾ ਜੀ ਨੂੰ ਬੇਨਤੀਆਂ ਕਰਨ ਲੱਗੇ। ਧੰਨ ਮਾਤਾ ਗੰਗਾ ਜੀ ਨੇ ਬੜੇ ਸਿਆਣੇ ਤਰੀਕੇ ਦੇ ਨਾਲ, ਸੂਝ ਦੇ ਨਾਲ ਹਾਮੀ ਭਰ ਦਿੱਤੀ ਵੀ ਆਉਣਗੇ ਸਾਹਿਬਜ਼ਾਦੇ, ਅਸੀਂ ਸਮਝਾਵਾਂਗੇ, ਸਾਡਾ ਸਮਝਾਉਣਾ ਬਣਦਾ ਹੈ। ਪਰ ਫਿਰ ਵੀ ਇਹ ਵੀ ਮੈਂ ਦੱਸ ਦਿਆਂ ਵੀ ਜੇ ਉਹਨਾਂ ਨੇ ਨਾ ਸਾਡੀ ਕੋਈ ਗੱਲ ਮੰਨੀ, ਸਾਡਾ ਤਾਂ ਕੇਵਲ ਬੇਨਤੀ ਕਰਨਾ ਫਰਜ਼ ਹੈ, ਕਿਉਂਕਿ ਉਹ ਜਗਤ ਗੁਰੂ ਹਨ, ਚਾਹੇ ਅਸੀਂ ਉਹਨਾਂ ਦੇ ਮਾਤਾ ਹਾਂ। ਬੇਨਤੀ ਕਰਾਂਗੇ, ਜੇ ਮੰਨ ਗਏ ਠੀਕ ਹੈ, ਨਹੀਂ ਤਾਂ ਜਿੱਦਾਂ ਉਹਨਾਂ ਨੂੰ ਠੀਕ ਲੱਗੇਗਾ ਉਹ ਕਰ ਲੈਣਗੇ। ਇਹ ਕਥਾ, ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ। ਅੱਗੇ ਸਾਧ ਸੰਗਤ ਜੀ ਫਿਰ ਜਿਹਨੂੰ ਆਪਾਂ ਅਕਾਲ ਤਖਤ ਸਾਹਿਬ ਦੇ ਮਹਾਨ ਤਖਤ ਦੇ ਨਾਂ ਨਾਲ ਯਾਦ ਕਰਦੇ ਹਾਂ, ਜਿਹਦਾ ਨਾਮ ਪੁਰਾਤਨ ਨਾਮ ਅਕਾਲ ਬੁੰਗਾ ਹੈ, ਇਹਦੀ ਉਸਾਰੀ ਵਾਸਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਇੱਟ ਰੱਖ ਦਿੱਤੀ, ਦੁੱਧ ਦਾ ਇਸ਼ਨਾਨ ਕਰਵਾ ਕੇ ਨੀਂਹ ਰੱਖ ਦਿੱਤੀ ਹੈ। ਜਿਵੇਂ ਸਾਧ ਸੰਗਤ ਜੀ ਫਿਰ ਮਸੰਦ ਹੋਰ ਔਖੇ ਹੋ ਗਏ ਵੀ ਇਹ ਕਿਹੜੇ ਪਾਸੇ ਤੁਰ ਪਏ, ਮੰਜੀ ਨੂੰ ਛੱਡ ਕੇ ਤਖਤ 'ਤੇ ਬਹਿਣ ਦੀ ਇੱਛਾ ਰੱਖਦੇ ਹੈ। ਜਿਵੇਂ ਸੰਗਤਾਂ ਨੇ ਉਤਸ਼ਾਹ ਮਨਾਇਆ ਅਤੇ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ ਸੰਗਤਾਂ ਦੇ ਨਾਮ, ਉਹ ਸਾਰਾ ਪ੍ਰਸੰਗ ਅੱਜ ਆ ਰਿਹਾ। ਸਾਧ ਸੰਗਤ ਚਿੱਤ ਬਿਰਤੀ ਇਕਾਗਰ ਕਰੀਏ ਜੀ, ਔਰ ਸੁਣਨ ਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਮਾਣੀਏ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਹਿਰ ਆਨੰਦ ਬਿਲੰਦ ਕਰ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਤਕਰੀਰ ਕੀਤੀ, ਪਾਤਸ਼ਾਹ ਦੀਆਂ ਸੰਗਤਾਂ ਨੂੰ ਦੱਸ ਦਿੱਤਾ ਹੈ ਵੀ ਹੁਣ ਅਸੀਂ ਮਾਲਾ ਫੜ ਕੇ ਨਹੀਂ, ਮਾਲਾ ਦੇ ਨਾਲ ਸ਼ਮਸ਼ੀਰ ਗ੍ਰਹਿਣ ਕਰਕੇ ਤੇ ਮੰਜੀ ਸਾਹਿਬ ਗੱਦੀ ਛੱਡ ਕੇ ਤਖਤ 'ਤੇ ਬਵਾਂਗੇ।
ਬਾਹਰ ਸਾਰੀਆਂ ਸੰਗਤਾਂ ਨੂੰ ਇਸ ਤਰ੍ਹਾਂ ਸੰਬੋਧਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਤਸ਼ਾਹ ਦਾ ਅੰਤਮ ਅਰਦਾਸ ਆ ਸੋਧ ਕੇ ਬਾਬਾ ਬੁੱਢਾ ਸਾਹਿਬ ਤੋਂ ਸਦਵਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਅੰਤ ਮਾਇਆ ਪੁਸ਼ਾਕਿਆਂ ਦੇ ਨਾਲ ਨਿਵਾਜ ਕੇ ਕੀਰਤਨੀਆਂ ਨੂੰ ਨਿਵਾਜ ਕੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘਰ ਨੂੰ ਆਏ ਹਨ। ਸ਼੍ਰੀ ਹਰਗੋਬਿੰਦ ਚੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਸਰੂਪ ਪੁੰਨਿਆਂ ਦੇ ਚੰਦ ਵਾਂਗੂ ਸੋਭਾ ਭਰਿਆ ਹੈ। ਸੁੰਦਰ ਮੰਦਿਰ ਕੋ ਗਏ ਸੋਹਣਾ ਮੰਦਰ ਗੁਰੂ ਕਾ ਮਹਿਲ ਜਿਹੜਾ ਘਰ ਹੈ ਪਾਤਸ਼ਾਹ ਦਾ ਇੱਧਰ ਆ ਗਏ ਹਨ। ਮੁਖ ਮਨਿੰਦ ਅਰਬਿੰਦ ਸਤਿਗੁਰਾਂ ਦਾ ਮੁਖ ਮਾਨੋ ਅਰਬਿੰਦ ਕਹੀਏ ਕਮਲ ਦੇ ਵਰਗਾ ਹੈ, ਕਮਲ ਵਰਗਾ ਲਾਲ ਸੂਹਾ ਸਤਿਗੁਰਾਂ ਦਾ ਪਾਵਨ ਪਵਿੱਤਰ ਮੁਖਾਰ ਬਿੰਦ ਹੈ। ਚੌਪਈ ਜਨਨੀ ਕੋ ਪਿਖ ਮਸਤਕ ਟੇਕਾ ਮਹਾਰਾਜ ਘਰ ਆਏ ਹੈ, ਮਾਤਾ ਗੰਗਾ ਜੀ ਦੇ ਦਰਸ਼ਨ ਕੀਤੇ, ਮਾਤਾ ਗੰਗਾ ਜੀ ਦੇ ਚਰਨੀ ਮੱਥਾ ਟੇਕਿਆ ਹੈ। ਨਿਕਟ ਬੈਠ ਗਏ ਜਲਧ ਬਿਬੇਕਾ ਤੇ ਜਲ ਦੇ ਸਮੁੰਦਰ ਸੱਚੇ ਪਾਤਸ਼ਾਹ ਗਿਆਨ ਦੇ ਸਮੁੰਦਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਦੇ ਪਾਸ ਬੈਠ ਗਏ ਹਨ। ਕਰ ਦੁਲਾਰ ਗੰਗਾ ਕਰ ਫੇਰਾ ਧੰਨ ਮਾਤਾ ਗੰਗਾ ਜੀ ਨੇ ਪ੍ਰੇਮ ਕਰਦਿਆਂ ਹੋਇਆਂ ਪੁੱਤਰ ਦੇ ਸੀਸ ਤੇ ਹੱਥ ਫੇਰਨਾ ਕੀਤਾ, ਆਸ਼ੀਰਵਾਦ ਦਿੱਤਾ ਹੈ। ਹਿਰਦੇ ਸਨੇਹ ਅਛੇਹ ਵਡੇਰਾ ਜਿਸ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਆਪਣੇ ਸਾਹਿਬਜ਼ਾਦਿਆਂ ਵਾਸਤੇ ਅਥਾਹ ਪ੍ਰੇਮ ਭਰਿਆ ਹੋਇਆ ਹੈ। ਹੇ ਸੁਤ ਅਬ ਅਲੰਬ ਸਭ ਕੇਰੇ ਤੇ ਸਮਝਾਉਂਦੇ ਮਾਤਾ ਗੰਗਾ ਜੀ ਪਿਆਰ ਨਾਲ ਕਹਿਣ ਲੱਗੇ, ਹੇ ਪੁੱਤਰ ਹਰਗੋਬਿੰਦ ਸਾਹਿਬ ਜਰਾ ਸੁਣੋ, ਸੋਚੋ ਵਿਚਾਰੋ ਕਿ ਸਾਰਿਆਂ ਨੂੰ ਤੁਹਾਡਾ ਆਸਰਾ ਹੈ। ਸਿੱਖ ਸੰਗਤ ਹਮ ਤੁਮ ਦਿਸ਼ ਹੀਰੇ ਅਸੀਂ ਵੀ ਤੇ ਸਾਰੇ ਸਿੱਖ ਵੀ ਸੰਗਤਾਂ ਸਭ ਤੁਹਾਡੇ ਵੱਲ ਵੇਖਦੇ ਹਾਂ, ਭਾਵ ਕਿ ਹੁਣ ਤੁਹਾਡਾ ਹੀ ਸਾਰਾ ਕਾਰਜ ਕਰਨ ਵਾਲੇ ਹੈ ਤੇ ਤੁਹਾਡਾ ਹੀ ਸਾਨੂੰ ਆਸਰਾ ਹੈ। ਸੰਗਤ ਵੀ ਤੁਹਾਡੇ ਆਸਰੇ ਹੈ, ਅਸੀਂ ਵੀ ਤੁਹਾਡੇ ਆਸਰੇ ਹਾਂ। ਨਹੀਂ ਆਪ ਗਰ ਸੇਲੀ ਮੇਲੀ ਤੇ ਸੰਗਤਾਂ ਵੀ ਇਹ ਗੱਲ ਵੇਖਦੀਆਂ, ਅਸੀਂ ਵੀ ਇਹ ਗੱਲ ਵੇਖੀ ਹੈ ਤੇ ਪ੍ਰਸੰਗ ਸੁਣਿਆ ਵੀ ਹੈ। ਕੱਲ੍ਹ ਦੀ ਗੱਲ ਹੈ, ਅੱਜ ਦੀ ਗੱਲ ਹੈ ਜੋ ਕਿ ਪੁੱਤਰ ਆਪ ਦੀਆਂ ਗਲ ਵਿੱਚ ਸੇਲੀ ਨਹੀਂ ਪਾਉਣਾ ਕੀਤੀ ਹੈ, ਧਾਰਨ ਨਹੀਂ ਕੀਤੀ ਹੈ। ਰੀਤ ਵੱਡਨ ਕੀ ਕਿਉਂ ਕਰ ਪੇਲੀ ਹੱਥ ਵਿੱਚ ਮਾਲਾ ਨਹੀਂ ਪਕੜੀ, ਤੁਸੀਂ ਮੰਜੀ ਸਾਹਿਬ ਗੱਦੀ ਤੇ ਨਹੀਂ ਕਹਿੰਦੇ ਬਹਿਣਾ, ਅਸੀਂ ਸੁਣਿਆ। ਦੱਸੋ ਜਰਾ ਵੀ ਤੁਸੀਂ ਵੱਡਿਆਂ ਦੀ ਮਰਿਆਦਾ ਜਿਹੜੀ ਉਹ ਕਿਉਂ ਰੋਕ ਦਿੱਤੀ ਹੈ, ਕਿਉਂ ਮੋੜ ਦਿੱਤੀ ਹੈ। ਚੰਦ ਪਾਤ ਕੀ ਅਧਿਕ ਵਿਰੋਧੀ ਪੁੱਤਰ ਵੇਖੋ ਚੰਦੂ ਬਹੁਤ ਵੱਡਾ ਪਾਪੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਪਿਤਾ ਦੇ ਘਰ ਨਾਲ ਬੜਾ ਵੈਰ ਕਰਦਾ ਹੈ। ਕੁਟਲ ਕੁਚਾਲੀ ਕੁਲ ਹੀ ਕ੍ਰੋਧੀ ਤੇ ਕੁਲਹੀਣ ਹੈ, ਕ੍ਰੋਧੀ ਹੈ, ਭੈੜੀਆਂ ਚਾਲਾਂ ਚੱਲਣ ਵਾਲਾ ਬੜਾ ਸਾਜ਼ਿਸ਼ੀ ਬੰਦਾ ਹੈ। ਤਿਸ ਹਤ ਬੇ ਪ੍ਰਣ ਕੀਨ ਸੁਨਾਵਨ ਤੇ ਸਾਨੂੰ ਕਿਸੇ ਦੱਸਿਆ ਵੀ ਤੁਸੀਂ ਸਾਰੀਆਂ ਸੰਗਤਾਂ ਦੇ ਵਿੱਚ ਬਾਂਹ ਖੜੀ ਕਰਕੇ ਤੇ ਚੰਦੂ ਨੂੰ ਮਾਰ ਮੁਕਾਉਣ ਦੀ, ਉਹਦੇ ਖੁਰਾ ਖੋਜ ਮਟਾਉਣ ਦੀ ਪ੍ਰਣ ਕਰ ਲਿਆ, ਕਸਮ ਖਾ ਲਈ ਹੈ। ਸਕਲ ਜਗਤ ਕੀਨ ਸਬਿਦਤਾਵਨ ਇਸ ਤੁਸੀਂ ਕੱਲਿਆਂ ਕਹਿ ਰਹੇ, ਚੋਰੀ ਛੁਪੇ ਵੀ ਨਹੀਂ ਆਖਿਆ, ਕਿਸੇ ਇੱਕ ਅੱਧੇ ਕੋਲ ਵੀ ਨਹੀਂ ਆਖਿਆ। ਪੁੱਤਰ ਤੁਸਾਂ ਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਆਈਆਂ ਹੋਈਆਂ ਸੰਗਤ ਵਿੱਚ ਸਾਰੀ ਸਭਾ ਵਿੱਚ ਇਸ ਤਰ੍ਹਾਂ ਪ੍ਰਣ ਕਰ ਲਿਆ, ਗੱਜ ਵੱਜ ਕੇ ਆਖਣਾ ਕੀਤਾ ਹੈ। ਤੁਰਕ ਤੇਜ ਅਬ ਤਪਹਿ ਮਹਾਨ ਜਰਾ ਸੋਚੋ ਪੁੱਤਰ ਹਰਗੋਬਿੰਦ ਸਾਹਿਬ ਜੀ, ਇਸ ਧਰਤੀ ਉੱਪਰ ਭਾਰਤ ਹਿੰਦੁਸਤਾਨ ਅੰਦਰ ਤੇਜ ਪ੍ਰਤਾਪ ਬਹੁਤ ਹੈ ਤੁਰਕਾਂ ਦਾ, ਤੁਰਕਾਂ ਦੀ ਜੈ ਜੈਕਾਰ ਹੋ ਰਹੀ ਹੈ। ਮਹਾਬਲੀ ਲਖ ਬਨਿਓ ਦੀਵਾਨ ਤੇ ਮਹਾਬਲੀ ਜਿਹੜਾ ਬਹੁਤ ਬਲ ਵਾਲਾ ਬਾਦਸ਼ਾਹ ਜਹਾਂਗੀਰ ਹੈ, ਤੇ ਤੁਸੀਂ ਜਿਹਦੇ ਨੱਕ 'ਚ ਨੱਥ ਪਾਉਣ ਦੀ ਗੱਲ ਕਰਦੇ ਹੋ ਚੰਦੂ, ਉਹ ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਹੈ, ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ, ਜਿਸ ਜਹਾਂਗੀਰ ਦੀ ਧੌਂਸ ਸਾਰੇ ਹਿੰਦੁਸਤਾਨ ਵਿੱਚ ਪਈ ਹੋਈ ਹੈ, ਜਿਹੜਾ ਸਾਰੇ ਦੇਸ਼ ਦਾ ਮਾਲਕ ਹੈ। ਮੁਸ਼ਕਲ ਮਹਾਹਤਨ ਸੋ ਪਾਪੀ ਜਰਾ ਜਾਣੋ ਵੀ ਏਡੇ ਵੱਡੇ ਅਹੁਦੇਦਾਰ ਪਾਪੀ ਚੰਦੂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ। ਨਹੀਂ ਪੁੱਤਰ, ਇਹ ਬਹੁਤ ਵੱਡਾ ਕਾਰਜ ਹੈ। ਕਰੀ ਸ਼ੀਘਰਤਾ ਪ੍ਰਣ ਮਹਿ ਆਪੀ ਤੁਸੀਂ ਕਾਹਲੀ ਕਰ ਗਏ ਹੋ, ਤੁਹਾਨੂੰ ਅਜੇ ਨਹੀਂ ਹੈ ਇਸ ਤਰ੍ਹਾਂ, ਅਜੇ ਉਮਰ ਛੋਟੀ ਹੈ, ਤੁਹਾਨੂੰ ਇਹੋ ਜਿਹਾ ਬਚਨ ਨਹੀਂ ਸੀ ਕਰਨਾ ਚਾਹੀਦਾ। ਇਹ ਨਹੀਂ ਮਾਤਾ ਜੀ ਨੇ ਆਖਿਆ ਕਿਉਂ ਕੀਤਾ,
ਮਾਤਾ ਜੀ ਕਹਿੰਦੇ ਪੁੱਤਰ ਤੁਸਾਂ ਕਾਹਲੀ ਕਰ ਲਈ, ਅਜੇ ਤੁਹਾਨੂੰ ਇਹ ਪ੍ਰਣ ਪ੍ਰਤੱਗਿਆ ਨਹੀਂ ਲੈਣੀ ਚਾਹੀਦੀ ਸੀ। ਮੁਖ ਤੇ ਕਹਾ ਸ਼ਸਤਰ ਹਮ ਧਾਰੈ। ਤੇ ਤੁਸੀਂ ਮੁਖੋਂ ਕਹਿੰਦੇ ਹੋ ਨਾਲੇ ਵੀ ਅਸੀਂ ਸ਼ਾਸਤਰ ਧਾਰੀ ਹੋਵਾਂਗੇ, ਸ਼ਾਸਤਰ ਧਾਰੀ ਹੋਵਾਂਗੇ, ਸ਼ਾਸਤਰ ਰੱਖਾਂਗੇ, ਅਭਿਆਸ ਕਰਾਂਗੇ ਯੁੱਧ ਦਾ। ਗੁਰੂ ਪਿਤਾ ਕੋ ਬੈਰ ਸੰਭਾਰੈ। ਨਾਲੇ ਤੁਸੀਂ ਸੰਗਤ 'ਚ ਸੁਣਿਆ ਇਹ ਵੀ ਆਖਿਆ ਵੀ ਅਸੀਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਿੱਤੇ ਤਸੀਹਾਂ ਦਾ, ਸ਼ਹਾਦਤ ਦਾ ਬਦਲਾ ਵੀ ਲਵਾਂਗੇ। ਆਪਣੇ ਘਰ ਮਹਿ ਸੁਭਟ ਨ ਏਕ। ਪੁੱਤਰ ਬਦਲਾ ਕਿਵੇਂ ਲਵਾਂਗੇ? ਚੰਦੂ ਕਿੱਡਾ ਅਹੁਦੇਦਾਰ ਹੈ ਤੇ ਆਪਣੇ ਘਰ ਵਿੱਚ ਇੱਕ ਵੀ ਸੂਰਮਾ ਨਹੀਂ, ਇੱਕ ਵੀ ਤਿਆਰ ਬਰ ਤਿਆਰ ਸਿਪਾਹੀ ਨਹੀਂ, ਤੇ ਫੌਜ ਕਿੱਥੋਂ ਲਿਆਵਾਂਗੇ? ਕਿਮ ਰਣ ਕਰਬੇ ਤਰਹ ਵਿਵੇਕ। ਜਰਾ ਗਿਆਨ ਕਰੋ, ਜਰਾ ਵਿਚਾਰੋ ਪੁੱਤਰ, ਕਿਵੇਂ ਐਡਾ ਵੱਡਾ ਜੰਗ ਕਰਾਂਗੇ? ਸਿਪਾਹੀ ਤਾਂ ਆਪਣੇ ਘਰ ਵਿੱਚ ਇੱਕ ਵੀ ਨਹੀਂ ਹੈ। ਸੁਣ ਗੰਗਾ ਤੇ ਸਤਿਗੁਰ ਬੋਲੇ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਜੀ ਦੇ ਇਹ ਡਾਵਾਂ ਡੋਲ ਹੁੰਦੇ ਬਚਨ ਸੁਣ ਕੇ ਬੋਲੇ ਹਨ। ਹਤਾ ਪਾਤ ਕੀ ਪ੍ਰਣ ਰਹਿ ਡੋਲੇ। ਕਹਿੰਦੇ ਮਾਤਾ ਜੀ ਪ੍ਰਵਾਹ ਨਾ ਕਰੋ, ਅਸੀਂ ਆਪਦਾ ਪ੍ਰਣ ਨਹੀਂ ਛੱਡਾਂਗੇ। ਜਿਹੜਾ ਬਚਨ ਕਹਿ ਦਿੱਤਾ ਸੋ ਕਹਿ ਦਿੱਤਾ, ਸੂਰਬੀਰ ਬਚਨ ਕੇ ਬਲੀ। ਅਸੀਂ ਜੋ ਕਿਹਾ ਤੇ ਫਿਰ ਚੰਦੂ ਦੇ ਨੱਕ 'ਚ ਜ਼ਰੂਰ ਨੱਥ ਪਾਵਾਂਗੇ। ਤੁਸੀਂ ਹੌਸਲਾ ਰੱਖੋ ਮਾਈ, ਜੇ ਗੁਰੂ ਨਾਨਕ ਪਾਤਸ਼ਾਹ ਨੇ ਦਇਆ ਕੀਤੀ ਤੇ ਸਾਡੀ ਪ੍ਰਤੱਗਿਆ ਜ਼ਰੂਰ ਪੂਰੀ ਹੋਵੇਗੀ। ਜਿਸ ਨਰ ਪਿਤ ਕੋ ਬੈਰ ਨ ਲਿਓ। ਕਿਉਂਕਿ ਸੰਸਾਰ ਜਾਣਦਾ ਹੈ ਗੱਲਾਂ। ਜਿਹੜਾ ਪੁੱਤ ਆਪਣੇ ਪਿਤਾ ਤੇ ਹੋਏ ਜ਼ੁਲਮ ਦਾ, ਪਿਤਾ ਤੇ ਹੋਏ ਤਸ਼ੱਦਦ ਦਾ ਵੈਰ ਨਹੀਂ ਲੈਂਦਾ ਹੈ। ਕਿਉਂ ਜਨਮਿਓ ਜਗ ਕਾਇ ਰਹੀਓ। ਸਾਰਾ ਸੰਸਾਰ ਨੂੰ ਕਾਇ ਰਹਿੰਦਾ, ਬੁਝਦੇ ਲਾਂਦਾ, ਇਹਨੇ ਪਿਤਾ ਦਾ ਹੋਏ ਤਸ਼ੱਦਦ ਦਾ ਵੈਰ ਨਹੀਂ ਲਿਆ। ਸਾਰਾ ਸੰਸਾਰ ਜਿੱਥੇ ਬੁਝਦੇ ਲਾਂਦਾ ਹੈ ਉੱਥੇ ਵੀ ਆਂਦਾ ਵੀ ਇਹਨੂੰ ਇਸ ਦੇ ਘਰ ਜੰਮਣਾ ਨਹੀਂ ਚਾਹੀਦਾ ਸੀ। ਜਿਹੜੇ ਪੁੱਤ ਆਪਦੇ ਪਿਤਾ ਦੇ ਵੈਰ ਨਹੀਂ ਲੈਂਦੇ ਉਹ ਸੋਭਾ ਨਹੀਂ ਪਾਉਂਦੇ ਹਨ। ਆਯੁਧ ਧਰਾਂ ਚਮੂ ਵੱਡ ਕਰਾਂ। ਇਸ ਲਈ ਇਹ ਮਹਾਰਾਜ ਦੇ ਵੀਰ ਰਸ ਦੇ ਬਚਨ ਹਨ ਵੀ ਸਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਇਹਨਾਂ ਨੇ ਬਾਣੀ ਪੜ੍ਹਦਿਆਂ ਨੂੰ, ਸਭ ਦਾ ਭਲਾ ਮਨਾਉਂਦਿਆਂ ਨੂੰ ਸ਼ਹੀਦ ਕੀਤਾ, ਤੇ ਕੀਤਾ ਵੀ ਬੜੇ ਤਸੀਹੇ ਦੇ ਕੇ। ਇਸ ਲਈ ਸੰਸਾਰ ਵੀ ਮਾਤਾ, ਇਹ ਤਾਂ ਸਾਡਾ ਪੱਖ ਹੈ, ਸੰਸਾਰ ਦਾ ਵੀ ਪੱਖ ਹੈ। ਸਭ ਸੰਸਾਰ ਦੇ ਸਿਆਣੇ ਲੋਕ ਕਹਿੰਦੇ ਜੋ ਪਿਤਾ ਦਾ ਵੈਰ ਨਾ ਲਵੇ ਉਹ ਪੁੱਤ ਅਖਵਾਉਣ ਦਾ ਹੱਕਦਾਰ ਨਹੀਂ ਹੁੰਦਾ। ਇਸ ਲਈ ਅਸੀਂ ਆਪਣੇ ਪਿਤਾ ਦਾ ਵੈਰ ਜ਼ਰੂਰ ਲਵਾਂਗੇ ਤੇ ਸ਼ਾਸਤਰ ਧਾਰੀ ਵੀ ਹੋਵਾਂਗੇ। ਉੱਥੇ ਫੌਜਾਂ ਵੀ ਤਿਆਰ ਕਰਾਂਗੇ, ਰੱਖਾਂਗੇ। ਰਿਪ ਸਨ ਲੜਾਂ ਪ੍ਰਾਨ ਤਿਨ ਹਰਾਂ। ਮੈਂ ਲੜਾਂਗਾ ਬਾਦਸ਼ਾਹ ਜਹਾਂਗੀਰ ਦੇ ਨਾਲ, ਤੋ ਜਿੱਥੇ ਜਹਾਂਗੀਰ ਦੇ ਨਾਲ ਲੜਾਂਗਾ ਚੰਦੂ ਦੇ ਨੱਕ 'ਚ ਨੱਥ ਵੀ ਅਸੀਂ ਪਾਵਾਂਗੇ। ਤੋ ਜੋ ਸਾਥੋਂ ਸਰਿਆ ਜ਼ਰੂਰ ਕਰਾਂਗੇ, ਪਰ ਚੰਦੂ ਦੇ ਪ੍ਰਾਣ ਜ਼ਰੂਰ ਨਾਸ਼ ਕਰਨੇ, ਨੂੰ ਜਿਉਂਦਾ ਨਹੀਂ ਛੱਡਾਂਗੇ। ਸ਼੍ਰੀ ਨਾਨਕ ਨਿਤ ਬਨ ਹੈ ਸਹਾਈ। ਤੇ ਮਾਤਾ ਜੀ ਡੋਲੋ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਡੇ ਸਦਾ ਸਹਾਈ ਬਣਨਗੇ, ਸਾਡੀ ਰੱਖਿਆ ਕਰਨਗੇ। ਹਤਾ ਤੁਰਕ ਰਣ ਮਹਿ ਸਮੁਦਾਈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ, ਜ਼ਰੂਰ ਅਸੀਂ ਦੁਸ਼ਮਣਾਂ ਨੂੰ, ਚੰਦੂ ਵਰਗਿਆਂ ਨੂੰ ਤੇ ਹੋਰਾਂ ਜਰਵਾਣਿਆਂ ਜ਼ੁਲਮੀ ਲੋਕਾਂ ਨੂੰ ਰਣ ਦੇ ਮੈਦਾਨ ਵਿੱਚ ਟੱਕਰ ਦਿਆਂਗੇ, ਰਣ ਦੇ ਮੈਦਾਨ ਵਿੱਚ ਮਾਰ ਕੇ ਖਪਾ ਦੇਵਾਂਗੇ। ਪੁਨ ਪਿਤ ਸਤਿਗੁਰ ਆਇਸ ਕਹੀ। ਫੇਰ ਮਾਤਾ ਜੀ ਤੁਸੀਂ ਯਾਦ ਕਰੋ, 5 ਸਿੱਖਾਂ ਨੇ ਆ ਕੇ ਤੁਹਾਨੂੰ ਵੀ ਦੱਸਿਆ, ਸਾਨੂੰ ਵੀ ਪਤਾ, ਸਭ ਜਾਣਦੇ ਹੈ। ਭਾਈ ਬਿਧੀ ਚੰਦ ਵਰਗਿਆਂ ਜੋ ਦੱਸਿਆ ਵੀ ਅੰਤਲੇ ਸਮੇਂ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਹੋਇਆ ਹੈ। ਪਲਟਾ ਲਿਓ ਤਜਾਉ ਰਿਪ ਨਹੀਂ। ਤੇ ਕਿਉਂ ਫਿਰ ਅਸੀਂ ਦੁਸ਼ਮਣ ਨੂੰ ਨਾ ਮਾਰੀਏ, ਕਿਉਂ ਬਦਲਾ ਵੈਰ ਨਾ ਲਈਏ ਕੀਤੇ ਹੋਏ ਜ਼ੁਲਮ ਦਾ? ਇਹ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ। ਸੇਲੀ ਮੇਲਣ ਕੋ ਨਹਿ ਕਾਲਾ। ਬਾਕੀ ਰਹੀ ਗੱਲ, ਤੁਸੀਂ ਕਹਿੰਦੇ ਹੋ ਸੇਲੀ ਨਹੀਂ ਗਲ ਵਿੱਚ ਪਾਉਣਾ ਕੀਤੀ, ਪਹਿਲਾਂ ਵਾਂਗ ਮਾਤਾ ਹੁਣ ਸੇਲੀਆਂ ਪਾਉਣ ਦਾ ਸਮਾਂ ਨਹੀਂ ਹੈ। ਮੈਂ ਕਰੇ ਹਾਂ ਸੰਗਰਾਮ ਵਿਸ਼ਾਲਾ। ਹੁਣ ਕੱਲੀ ਮਾਲਾ ਫੜਨ ਦਾ ਸਮਾਂ ਨਹੀਂ ਮਾਤਾ, ਸ਼ਾਸਤਰ ਪਕੜਨ ਦਾ ਸਮਾਂ ਹੈ। ਇਸ ਕਰਕੇ ਹੁਣ ਅਸੀਂ ਭਿਆਨਕ ਯੁੱਧ ਮਚਾਵਾਂਗੇ, ਬਦਲਾ ਲਵਾਂਗੇ। ਨਹਿ ਚਿੰਤਾ ਚਿਤ ਕੀ ਜਹ ਮਾਈ। ਮਾਤਾ ਮਨ ਵਿੱਚ ਚਿੰਤਾ ਨਾ, ਕਿਸੇ ਪਰਵਾਹ ਨਾ ਕਰੋ। ਤੁਸੀਂ
ਇਹ ਨਾ ਜਾਣੋ ਵੀ ਸਾਡੀ ਉਮਰਾਂ ਛੋਟੀ, ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਨਾਲ ਹਨ। ਹਮਰੇ ਪੁਰਖ ਅਕਾਲ ਸਹਾਈ। ਉਹ ਅਕਾਲ ਪੁਰਖ ਪਰਮੇਸ਼ਰ ਪਾਤਸ਼ਾਹ ਸਾਡੇ ਸਦਾ ਸਹਾਈ ਹੈ, ਸਤ ਸਹਾਇਤਾ ਕਰਨ ਵਾਲਾ ਹੈ। ਰਿਦੇ ਅਲਪ ਜੇ ਅਹੈ ਮਸੰਦ। ਤੇ ਮਹਾਰਾਜ ਨੂੰ ਪਤਾ ਤਾਂ ਚੱਲ ਹੀ ਗਿਆ ਵੀ ਇਹ ਮਸੰਦਾਂ ਨੇ ਆ ਕੇ ਸਾਰਾ ਕੁਝ ਆਖਿਆ, ਕਿਉਂਕਿ ਸਭਾ ਚ ਉਠਾਏ ਸੀ। ਫਿਰ ਮਹਾਰਾਜ ਵੇਖਦੇ ਸੀ ਜਦੋਂ ਜੈ ਜੈਕਾਰ ਹੁੰਦੀ ਸੀ, ਤੇ ਇਹ ਡਰਪੋਕ ਮਸੰਦਾਂ ਨੇ ਜਦੋਂ ਮਹਾਰਾਜ ਨੇ ਪ੍ਰਤੱਗਿਆ ਕੀਤੀ ਚੰਦੂ ਦੇ ਨੱਕ 'ਚ ਨੱਥ ਪਾਉਣ ਦੀ, ਇਹਨਾਂ ਸਿਰ ਸੁੱਟ ਲਏ ਸੀ, ਸੰਗਤ 'ਚ ਬੋਲੇ ਨਹੀਂ। ਪਤਾ ਲੱਗ ਜਾਂਦਾ ਸੰਗਤ ਵਿੱਚ, ਤੋਂ ਪਾਤਸ਼ਾਹ ਮਹਾਰਾਜ ਨੇ ਉਦੋਂ ਹੀ ਵੇਖ ਲਿਆ ਸੀ ਵੀ ਇਹ ਡਰ ਗਏ ਹੈ। ਮਹਾਰਾਜ ਕਹਿਣ ਲੱਗੇ ਇਹ ਮਾਤਾ ਜੀ, ਬਾਕੀ ਜਿਹੜੇ ਮਸੰਦ ਨੇ ਨਾ ਛੋਟੇ ਦਿਲਾਂ ਵਾਲੇ ਬਹੁਤ ਡਰਪੋਕ ਹਨ। ਸੁਣ ਰਣ ਕੋ ਡਰ ਧਰਹਿ ਬਿਲੰਦ। ਤੇ ਉਹ ਖਰੇ ਜੰਗ ਦੇ ਮੈਦਾਨ 'ਚ ਕੀ ਹੋ ਜਾਣਾ ਜੇ ਹਰਗੋਬਿੰਦ ਸਾਹਿਬ ਨੇ ਸ਼ਸਤਰ ਧਾਰ ਲਏ। ਇਹ ਗੱਲ ਯਾਦ ਕਰ ਕਰਕੇ ਡਰੀ ਜਾਂਦੇ ਹੈ ਵੀ ਜੰਗ ਦਾ ਮੈਦਾਨ, ਕਿਤੇ ਸਾਨੂੰ ਜੰਗ ਨਾ ਕਰਨਾ ਪਵੇ। ਇਹ ਗੁਰੂ ਘਰ ਦੀ ਮਾਇਆ ਤੇ ਕੋਈ ਲੰਗਰ ਪ੍ਰਸ਼ਾਦਾ ਗੱਫਾ ਛਕ ਛਕ ਕੇ ਇਹਨਾਂ ਦੇ ਦਿਲ ਕਮਜ਼ੋਰ ਪੈ ਗਏ ਹਨ। ਮੈਂ ਪਰਬਤ ਕੋ ਗਰਦ ਮਿਲਾਵਾ। ਮਹਾਰਾਜ ਨੇ ਫਿਰ ਗੱਜ ਕੇ ਆਖਿਆ, ਮਾਤਾ ਜੀ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗੱਦੀ ਨਸ਼ੀਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪੋਤਰੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਇਹ ਬਚਨ ਕਰਦੇ ਆ ਵੀ ਜਿਹੜੇ ਪਰਬਤ ਵਰਗਾ ਪਹਾੜ ਹੈ ਨਾ, ਜਿਵੇਂ ਆ ਬਾਦਸ਼ਾਹ ਦਾ ਰਾਜ ਜਿਹੜਾ, ਇਹਨਾਂ ਨੂੰ ਮਿੱਟੀ 'ਚ ਮਿਲਾ ਦਿਆਂਗੇ। ਪਾਤਸ਼ਾਹ ਕਹਿੰਦੇ ਪਹਾੜਾਂ ਨੂੰ ਅਸੀਂ ਧੂੜ ਬਣਾ ਦੇਵਾਂਗੇ ਧਰਤੀ ਦੀ। ਰਜ ਕੰਨ ਕੋ ਸਮ ਮੇਰ ਬਨਾਵਾ। ਤੇ ਧੂੜ ਦੇ ਕਿਣਕੇ ਭਾਵ ਜਿਹੜੇ ਗਰੀਬ ਦੱਬੇ ਕੁਚਲੇ ਲੋਕ ਹੈ, ਇਹਨਾਂ ਸਾਰਿਆਂ ਧੂੜ ਦੇ ਕਿਣਕੇ ਵਰਗਿਆਂ ਨੂੰ ਰਾਜੇ ਬਾਦਸ਼ਾਹ ਬਣਾਵਾਂਗੇ। ਅਸੀਂ ਪਹਾੜਾਂ ਨੂੰ ਮਿੱਟੀ ਬਣਾ ਦੇਵਾਂਗੇ ਤੇ ਮਿੱਟੀ ਨੂੰ ਪਹਾੜ ਬਣਾ ਦੇਵਾਂਗੇ। ਗਰੀਬਾਂ ਨੂੰ ਅਮੀਰ ਭਾਵ ਜਿਹੜੇ ਦੱਬੇ ਕੁਚਲੇ ਲੋਕ ਹੈ ਰਾਜੇ ਬਣਨਗੇ, ਤੇ ਰਾਜਿਆਂ ਨੂੰ ਅਸੀਂ ਮੰਗਣ ਲਾ ਦੇਵਾਂਗੇ। ਸੰਤ ਬਨੇ ਪ੍ਰਤਾਪ ਨ ਜਾਣੈ। ਹਾਂ, ਜੇ ਸੰਤ ਬਣੇ ਰਵਾਂਗੇ ਤੇ ਬਾਦਸ਼ਾਹ ਇਹਨਾਂ ਪਾਪੀਆਂ ਨੇ ਪ੍ਰਤਾਪ ਨਹੀਂ ਜਾਣਨਾ, ਸੰਤਾਂ ਨੂੰ ਸ਼ਹੀਦ ਕਰਨ ਲੱਗ ਪਏ ਆ। ਗੁਰੂ ਅਰਜਨ ਦੇਵ ਮਹਾਰਾਜ ਤੋਂ ਵੱਡਾ ਕਿਹੜਾ ਸੰਤ ਹੈ। ਇਸ ਲਈ ਇਹ ਮਾਈ ਮਨ ਵਿੱਚ ਖਿਆਲ ਕਰੋ ਤੁਸੀਂ ਇਸ ਗੱਲ ਦਾ ਵੀ ਜੇ ਅਸੀਂ ਵੀ ਮਾਲਾ ਫੜ ਕੇ ਤਖਤ 'ਤੇ ਬਹਿ ਗਏ ਤੇ ਇਹਨਾਂ ਦੇ ਜਿਹੜੇ ਵਾ ਹੌਸਲੇ ਹੋਰ ਬੁਲੰਦ ਹੋਣਗੇ ਜ਼ੁਲਮ ਕਰਨ ਵਾਸਤੇ। ਬਾਕੀ ਜੇ ਸੰਤ ਬਣ ਕੇ ਬਹਿ ਜਾਵਾਂਗੇ ਤੇ ਸਾਧ ਬਣਿਆ ਕੋਈ ਪ੍ਰਤਾਪ ਨਹੀਂ, ਕਿਸੇ ਨੂੰ ਪਤਾ ਲੱਗਦਾ ਵੀ ਇਹ ਕੀ ਕੁਝ ਕਰ ਸਕਦਾ। ਕੇਵਲ ਮਾਲਾ ਫੜਿਆ ਕਿਸੇ ਨੂੰ ਪ੍ਰਤਾਪ ਦਾ ਪਤਾ ਨਹੀਂ ਚੱਲਦਾ ਹੈ, ਖਾਸ ਕਰ ਜਿਹੜੇ ਸਮੇਂ ਦੇ ਜਰਵਾਣੇ ਤੇ ਜ਼ੁਲਮੀ ਲੋਕ ਹੁੰਦੇ ਆ। ਹਤੋਂ ਛਤਰ ਮੈਂ ਬਨ ਸਾਵਧਾਨ। ਇਸ ਲਈ ਅਸੀਂ ਪ੍ਰਤੱਗਿਆ ਕਰ ਲਈ ਆ, ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਅਸੀਂ ਦੁਸ਼ਮਣਾਂ ਦਾ ਨਾਸ਼ ਕਰਾਂਗੇ। ਜਬ ਲਗ ਚੰਦੂ ਦੁਸ਼ਟ ਨ ਮਾਰਾ। ਜਦੋਂ ਤੱਕ ਮਾਤਾ ਅਸੀਂ ਚੰਦੂ ਦੁਸ਼ਟ ਪਾਪੀ ਨੂੰ ਮਾਰਦੇ ਨਹੀਂ, ਧੂ ਧੂ ਕੇ ਨੱਕਾਂ 'ਚ ਨੱਥਾਂ ਨਹੀਂ ਪਾਉਂਦੇ ਹਾਂ, ਤਬ ਲਗ ਹਿਰਦੇ ਨ ਸ਼ਾਂਤੀ ਧਰਾਂ। ਉਹਨਾਂ ਸਮਾਂ ਸਾਡਾ ਕਲੇਜਾ ਠੰਡਾ ਨਹੀਂ ਹੋਣਾ, ਸਾਨੂੰ ਸ਼ਾਂਤੀ ਨਹੀਂ ਆਵੇਗੀ। ਸੁਣ ਬਲ ਜੁਗਤ ਜੁਗਤ ਪੁੱਤਰ ਕੇ ਬੈਨ। ਮਾਤਾ ਗੰਗਾ ਜੀ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਦੇ ਬਲ ਵਾਲੇ ਵੀਰ ਰਸੀ ਬਚਨ ਸੁਣ ਕਰਕੇ ਗੰਗਾ ਧਰੀ ਹਿਰਦੇ ਤਬ ਚੈਨ। ਮਾਤਾ ਗੰਗਾ ਜੀ ਕੁਝ ਨਹੀਂ ਬੋਲੇ ਤੇ ਮਨ ਨੂੰ ਠੰਡ ਪੈ ਗਈ ਹੈ ਜਦੋਂ ਹਰਗੋਬਿੰਦ ਸਾਹਿਬ ਨੇ ਬਚਨ ਕਹੇ। ਤੇ ਮਾਤਾ ਨੇ ਜੋ ਵੀ ਸਮਝਾਇਆ ਉਹ ਮਸੰਦਾਂ ਦੇ ਕਹਿਣ ਤੇ ਮਹਾਰਾਜ ਨੂੰ ਬੇਨਤੀ ਕਰਕੇ ਵੇਖੀ ਹੈ, ਕਿਉਂਕਿ ਮਸੰਦਾਂ ਦੀ ਗੁਰੂ ਘਰ ਨੇ ਕਦੇ ਮੋੜੀ ਨਹੀਂ। ਗੁਰੂ ਘਰ ਦੀ ਸੇਵਾ ਕਰਨ ਵਾਲੇ ਸਿੱਖ ਹਨ, ਫਿਰ ਵੀ ਤੋ ਇਸ ਤਰ੍ਹਾਂ ਸੰਗਤ ਦੀ ਬੇਨਤੀ ਮੰਨ ਕੇ ਮਾਤਾ ਗੰਗਾ ਜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਗਤ ਵੱਲੋਂ ਇੱਕ ਵਾਰੀ ਕਹਿ ਦਿੱਤਾ ਵੀ ਅਸੀਂ ਐਂ ਸੁਣਿਆ ਤੇ ਇਸ ਤਰ੍ਹਾਂ ਜੇ ਤੁਸੀਂ ਕਰ ਲਓ ਤਾਂ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤੇ ਪੂਰੇ ਵੀਰ ਰਸ ਦੇ ਅੰਦਰ, ਮਾਤਾ ਗੰਗਾ ਜੀ ਚੁੱਪ ਕਰ ਗਏ, ਮਨ ਨੂੰ ਠੰਡ ਪੈ ਗਈ ਹੈ। ਇਨਕੋ ਕਿਆ ਸਮਝਾਵਨ ਬਨੈ। ਤੇ ਮਨ 'ਚ ਮਾਤਾ ਗੰਗਾ ਜੀ ਸੋਚਦੇ ਆ ਇਹ ਤਾਂ ਪਰਮੇਸ਼ਰ ਹੈ, ਇਹਨਾਂ ਨੂੰ ਹੁਣ ਭਲਾ ਕੀ ਸਮਝਾਉਣਾ ਬਣਦਾ ਹੈ। ਭੂਤ ਭਵਿੱਖਤ ਜੀ ਲਖ ਮਨੈ। ਇਹ ਤਾਂ ਸਭ ਕੁਝ ਜਾਣਦੇ ਆ, ਜੋ ਹੋ ਗਿਆ ਉਹ ਵੀ ਜਾਣਦੇ, ਜੋ ਹੋ ਰਿਹਾ ਉਹ ਵੀ ਜਾਣਦੇ ਆ, ਤੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਇਹ ਤ੍ਰੈ ਕਾਲਦਰਸ਼ੀ ਹੈ, ਸਭ ਕੁਝ ਜਾਣਨ ਵਾਲੇ ਹਨ। ਖਾਨ ਪਾਨ ਕਰ ਪੁਨ ਸੁਪਤਾਏ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਪ੍ਰਸ਼ਾਦਾ ਪਾਣੀ ਛਕ ਕੇ ਪਾਤਸ਼ਾਹ ਤੇ ਮਾਤਾ ਗੰਗਾ ਜੀ ਸਭ ਪਰਿਵਾਰ ਬਰਾਜ ਗਿਆ। ਰਾਤ ਹੋਈ ਤੇ ਉਠ ਪ੍ਰਾਤੀ ਜਲ ਬਿਮਲ ਨਹਾਏ। ਅੰਮ੍ਰਿਤ ਵੇਲਾ ਹੋਇਆ। ਸੱਚੇ ਪਾਤਸ਼ਾਹ ਜੀਆਂ ਸਵਾ ਪਹਿਰ ਰਾਤ ਰਹਿੰਦਿਆਂ
ਠੰਡੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ। ਬ੍ਰਿਧ ਕੇ ਸੰਮਤ ਸਤਿਗੁਰ ਹੋਏ। ਤਿਆਰ ਬਰ ਤਿਆਰ ਹੋ ਕਰਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਗਿਆ। ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਅੰਮ੍ਰਿਤ ਵੇਲੇ ਸਲਾਹ ਮਸ਼ਵਰਾ ਹਜ਼ੂਰ ਨੇ ਕੀਤਾ ਹੈ। ਆਏ ਸੁਧਾ ਸਰ ਦਿਸ਼ ਸਭ ਕੋਏ। ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕਰਕੇ ਸੱਚੇ ਪਾਤਸ਼ਾਹ ਜੀ ਗੁਰੂ ਕੇ ਮਹਿਲ ਤੋਂ ਚੱਲ ਕੇ ਹਰਿਮੰਦਰ ਸਾਹਿਬ ਆ ਗਏ ਹੈ। ਸ਼੍ਰੀ ਹਰਿਮੰਦਰ ਬੰਦਨ ਕਰੇ। ਹਰਿਮੰਦਰ ਸਾਹਿਬ ਦੇ ਪਾਵਨ ਪਵਿੱਤਰ ਤਖਤ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਵੈ। ਚਤੁਰ ਪ੍ਰਦਕਸ਼ਨ ਕੇ ਹਿਤ ਫਿਰੇ। ਤੇ 4 ਪ੍ਰਕਰਮਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਕੀਤੀਆਂ ਹਨ। ਬਾਹਰੋਂ ਆਏ ਦਰਸ਼ਨੀ ਪਾਰ। ਫਿਰ ਪਿੱਛੇ ਹਟ ਕੇ ਪੁਲ ਥਾਣੀ ਦਰਸ਼ਨੀ ਡਿਉੜੀ ਤੇ ਪਾਤਸ਼ਾਹ ਪਹੁੰਚ ਗਏ ਹੈ। ਪਿਖ ਅਕਾਲ ਬੁੰਗੇ ਕੀ ਠਾਰ। ਤੇ ਜਿੱਥੇ ਸਾਧ ਸੰਗਤ ਜੀ ਹੁਣ ਅਕਾਲ ਤਖਤ ਸਾਹਿਬ ਹੈ ਨਾ, ਦਰਸ਼ਨੀ ਡਿਉੜੀ ਦੇ ਸਾਹਮਣੇ ਹੀ ਆ ਸੱਜੇ ਹੱਥ। ਤੇ ਦਰਸ਼ਨੀ ਡਿਉੜੀ ਦੇ ਜਗ੍ਹਾ ਤੇ ਖੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਹਮਣੇ ਵਿਹਲਾ ਥਾਂ ਸੀ, ਵਿਹਲੀ ਜਗ੍ਹਾ ਉੱਪਰ ਪਾਤਸ਼ਾਹ ਨੇ ਨਿਗਾਹ ਮਾਰੀ ਹੈ। ਆਏ ਸਦਈ ਸੁਥਲ ਸੁਧਰਾਵਾ। ਸੰਗਤ ਨੂੰ ਆਗਿਆ ਕਰ ਦਿੱਤੀ ਵੀ ਆ ਜਿਹੜਾ ਸਾਹਮਣੇ ਜਗ੍ਹਾ ਹੈ ਨਾ, ਜਿੰਨੀ ਇਹ ਸਾਰੀ ਚੇਟ ਰੋੜਾ ਚੁੱਕ ਦਿਓ ਤੇ ਬਿਲਕੁਲ ਸਾਫ ਸੁਥਰੀ ਜਗ੍ਹਾ ਪੱਧਰੀ ਕਰ ਦੇਵੋ। ਇਤ ਬੈਠਨ ਕੇ ਚਾਰ ਬਨਾਵਾ। ਇੱਥੇ ਦੀਵਾਨ ਸਜੇਗਾ, ਬਹਿਣ ਵਾਸਤੇ ਸੋਹਣੀ ਬਣਾ ਦਿਓ, ਸੰਗਤ ਆਵੇਗੀ। ਪ੍ਰਥਮ ਆਪਣੇ ਲੈ ਕਰ ਹਾਥ। ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਸੰਗਤ ਨੂੰ ਇਹ ਹੁਕਮ ਕੀਤਾ। ਸੰਗਤਾਂ ਸੇਵਾ ਨੂੰ ਲੱਗ ਗਈਆਂ। ਜਦੋਂ ਥੋੜ੍ਹੀ ਜਿਹੀ ਜਗ੍ਹਾ ਸਾਫ਼ ਹੋਈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸੱਜੇ ਹੱਥ ਦੇ ਨਾਲ ਦੁੱਧ ਦਾ ਇਸ਼ਨਾਨ ਕਰਵਾ ਕੇ ਇੱਟ ਪਕੜ ਕਰ ਧਰੀ ਈਂਟ ਬਲ ਤੇਜ ਕੇ ਸਾਥ। ਪੂਰੇ ਬਲ ਤੇਜ ਪ੍ਰਤਾਪ ਦੇ ਨਾਲ ਸੱਚੇ ਪਾਤਸ਼ਾਹ ਦੀਆਂ ਅਰਦਾਸ ਬੇਨਤੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ, ਪੁਰਾਤਨ ਨਾਮ ਸ਼੍ਰੀ ਅਕਾਲ ਬੁੰਗਾ ਸਾਹਿਬ, ਇਸ ਪਾਵਨ ਇਤਿਹਾਸਕ ਸਥਾਨ ਦੀ ਜਿਹੜੀ ਨੀਂਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰੱਖ ਦਿੱਤੀ ਹੈ। ਕਹਿਓ ਕੁਛ ਕੁ ਉੱਚਾ ਥਲ ਕਰੋ। ਫਿਰ ਸੰਗਤ ਨੂੰ ਕਹਿ ਦਿੱਤਾ ਵੀ ਆ ਜਿਹੜਾ ਥਾਂ ਹੈ ਕੁਝ ਇਸ ਨੂੰ ਹੋਰ ਉੱਚਾ ਕੀਤਾ ਜਾਵੇ, ਭਾਵ ਥੜਾ ਰੂਪ ਬਣਾਇਆ ਜਾਵੇ। ਜਹ ਲਗ ਪਾਰ ਏਕ ਸਮ ਧਰੋ। ਕਹਿੰਦੇ ਜਿੱਥੋਂ ਤੀਕਰ ਦਰਸ਼ਨੀ ਡਿਉੜੀ ਦਿਸਦੀ ਹੈ, ਸਾਰੀ ਜਗ੍ਹਾ ਇੱਥੋਂ ਤੀਕਰ ਇੱਕੋ ਜਿਹੀ ਪੱਧਰੀ ਬਣਾ ਦਿਓ, ਗੋੜ ਗਾੜ ਕੇ, ਘਾਹ ਕੱਖ ਪੱਟ ਕਰਕੇ। ਬਾਹਰ ਹੁਕਮ ਕੀਨ ਫੁਰਮਾਨ। ਫਿਰ ਪਾਤਸ਼ਾਹ ਨੇ ਇੱਕ ਹੋਰ ਹੁਕਮਨਾਮੇ ਜਾਰੀ ਕੀਤੇ ਹੈ। ਕਰਾਹ ਹੁਕਮਨਾਮੇ ਲਿਖਵਾਵਨ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ, ਬਾਬਾ ਜੀ, ਭਾਈ ਗੁਰਦਾਸ ਸਾਹਿਬ ਜੀ, ਹੁਣ ਹੁਕਮਨਾਮੇ ਤਿਆਰ ਕੀਤੇ ਜਾਣ, ਹੁਕਮ ਭੇਜੇ ਜਾਣਗੇ ਸਿੱਖ ਸੰਗਤਾਂ ਦੇ, ਤਾਂ ਹੀ ਹੁਕਮਨਾਮੇ ਲਿਖਣ ਦੀ ਤਿਆਰੀ ਕੀਤੀ ਜਾਵੇ। ਚਾਹੋਂ ਦਿਸ਼ ਮਹਿ ਮਸੰਦ ਜਹ ਭਾਰੀ। ਜਿੰਨੇ 4 ਦਿਸ਼ਾਵਾਂ ਵਿੱਚ ਗੁਰੂ ਘਰ ਦੇ ਸਾਰੇ ਮਸੰਦ ਹੈ, ਕਾਰ ਭੇਟਾ ਕਰਨ ਵਾਲੇ, ਕਰਾਉਣ ਵਾਲੇ, ਸੇਵਾ ਤੇ ਪ੍ਰਚਾਰ ਕਰਨ ਵਾਲੇ, ਜਿੰਨੇ ਮੋਤਬਰ ਸਿੱਖ ਹੈ ਨਾ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਤਿਨ ਪਰ ਆਇਸ ਲਿਖਾ ਹਮਾਰੀ। ਇਹਨਾਂ ਸਾਰਿਆਂ ਤੇ ਸਾਡੀ ਆਗਿਆ ਤੁਸੀਂ ਲਿਖ ਦਿਓ। ਇਹ ਹੁਕਮ ਉਹਨਾਂ ਦੇ ਨਾਮ ਜਾਰੀ ਕੀਤੇ ਜਾਣ। ਜੋ ਸਿੱਖ ਆਨਹਿ ਸ਼ਸਤਰ ਤੁਰੰਗਾ। ਇਹ ਹੁਕਮਨਾਮੇ ਜਾਰੀ ਕਰੋ ਵੀ ਜਿਹੜਾ ਸਿੱਖ ਸਾਡੇ ਦਰਸ਼ਨ ਕਰਨ ਆਉਂਦਾ ਸ਼ਸਤਰ ਲੈ ਕੇ ਆਵੇਗਾ, ਕੋਈ ਤਲਵਾਰ ਲੈ ਕੇ ਆਵੇ, ਕੋਈ ਖੰਡਾ, ਕੋਈ ਬੰਦੂਕ ਤੱਕ ਜੋ ਲੈ ਸਕਦਾ, ਜਿਹੜਾ ਸਿੱਖ ਸਾਡੇ ਦਰਸ਼ਨ ਕਰਨ ਆਇਆ ਸ਼ਸਤਰ ਲੈ ਕੇ ਆਵੇਗਾ, ਜਿਹੜਾ ਸਿੱਖ ਸਾਡੇ ਦਰਸ਼ਨ ਕਰਨ ਆਇਆ ਘੋੜੇ ਲੈ ਕੇ ਆਵੇਗਾ। ਹੋਏ ਖੁਸ਼ੀ ਗੁਰ ਕੀ ਸੁਖ ਸੰਗਾ। ਧੰਨ ਗੁਰੂ ਅਰਜਨ ਦੀ ਖੁਸ਼ੀ ਹੋਵੇਗੀ, ਸਾਡੀ ਖੁਸ਼ੀ ਪ੍ਰਸੰਨਤਾ ਉਸ ਸਿੱਖ ਤੇ ਡਾਢੀ ਹੋਵੇਗੀ, ਧਨ ਦੇਣ ਨਾਲੋਂ ਵੀ ਜ਼ਿਆਦੀ ਹੋਵੇਗੀ। ਇਹ ਹੁਕਮਨਾਮੇ ਮਹਾਰਾਜ ਨੇ ਲਿਖਵਾ ਦਿੱਤੇ ਹੈ ਵੀ ਸੰਗਤ ਨੂੰ ਕਹਿ ਦਿਓ ਜਦੋਂ ਆਉਣਾ ਸ਼ਸਤਰ ਤੇ ਘੋੜੇ ਸੋਹਣੇ ਲੈ ਕੇ ਆਓ, ਸਾਡੀ ਬੇਅੰਤ ਖੁਸ਼ੀ ਹੋਵੇਗੀ। ਸਭ ਆਵੈਂ ਦਰਸ਼ਨ ਹਿਤ ਕਰਬੇ। ਤੇ ਇਹ ਨਹੀਂ ਕਦੋਂ ਆਉਣਾ, ਹੁਣੇ ਹੀ, ਜਿਹੜਾ ਜਦੋਂ ਹੁਕਮਨਾਮਾ ਸੁਣੇ ਉਦੋਂ ਹੀ ਸੰਗਤਾਂ ਤੁਰ ਪੈਣ ਤੇ ਸਾਡੇ ਦਰਸ਼ਨਾਂ ਵਾਸਤੇ ਹੁਣ ਇੱਥੇ ਹਰਿਮੰਦਰ ਸਾਹਿਬ ਪਹੁੰਚਿਆ ਜਾਵੇ। ਲਿਆਏ ਅਕੋਰ ਬਿਲ ਮਨਹਿ ਧਰਬੇ। ਤੇ ਸੰਗਤਾਂ ਦੇਰੀ ਨਾ ਲਾਉਣ, ਛੇਤੀ ਤੋਂ ਛੇਤੀ ਭੇਟਾਵਾਂ, ਘੋੜੇ, ਸ਼ਸਤਰ ਇੱਥੇ ਹਾਜ਼ਰ ਕੀਤੇ ਜਾਣ। ਸੁਣਤ ਲਿਖਾਰੀ ਕਾਗਦ ਲਿਖੇ। ਸੁਣ ਕੇ ਲਿਖਾਰੀਆਂ ਭਾਈ ਗੁਰਦਾਸ ਸਾਹਿਬ ਵਰਗਿਆਂ ਨੇ ਕਾਗਜ਼ ਲਿਖ ਦਿੱਤੇ ਆ, ਪੱਤਰ ਲਿਖ ਦਿੱਤੇ, ਜਿਵੇਂ ਮਹਾਰਾਜ ਨੇ ਲਿਖਵਾਇਆ ਸਭ ਲਿਖ ਦਿੱਤਾ ਹੈ। ਹੁਕਮਨਾਮੇ ਪੂਰੇ ਹੋ ਗਏ ਆ। ਇਸ ਬਿਦ ਹੁਕਮ ਭਇਓ ਤਿਸ ਵਿਖੇ। ਤੋ ਸਮੇਂ ਸਾਧ ਸੰਗਤ ਜੀ ਇਹ ਸਾਰਾ ਕੁਝ ਹੁਕਮਨਾਮੇ ਅੰਦਰ ਲਿਖਿਆ ਗਿਆ ਹੈ। ਸ਼੍ਰੀ ਅਰਜੁਨ ਬੈਕੁੰਠ ਸਿਧਾਰੇ। ਇਹ ਵੀ ਮਹਾਰਾਜ ਨੇ ਕੀ ਲਿਖਵਾਇਆ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ
ਸੱਚਖੰਡ ਜਿਹੜਾ ਵਿਰਾਜ ਗਏ ਹੈ, ਸਾਰੀ ਸੰਗਤ ਜਿਹੜੀ ਹੈ ਉਹਦੇ ਨਾਮ ਮਹਾਰਾਜ ਨੇ ਹੁਕਮ ਜਾਰੀ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੀ ਸੰਗਤ ਦੇ ਤਾਈ ਮਹਾਰਾਜ ਨੇ ਫਿਰ ਹੁਕਮਨਾਮਾ ਲਿਖਵਾਇਆ ਕਿ ਹੇ ਪਿਆਰੀ ਸਾਧ ਸੰਗਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਸੱਚਖੰਡ ਚਲੇ ਗਏ ਹਨ। ਜ਼ਾਲਮਾਂ ਨੇ ਤਸੀਹੇ ਦੇ ਦੇ ਕੇ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਹੈ। ਖਸ਼ਟਮ ਗੁਰੂ ਮਹਾਬਲ ਧਾਰੇ। ਜਿਹੜੇ ਤੁਹਾਡੇ ਜਿਹੜੇ ਗੁਰੂ ਪੰਜਵੇਂ ਪਾਤਸ਼ਾਹ ਸਨ, ਤੋਂ ਫਿਰ ਆਖਿਆ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਮ ਜਿਹੜੇ ਵੈ ਇਹ ਹੁਕਮਨਾਮੇ ਆ ਸੰਗਤਾਂ ਨੂੰ ਭੇਜੇ ਜਾ ਰਹੇ ਆ। ਉਹ ਮਹਾਨ ਬਲ ਧਾਰ ਕਰਕੇ ਥਿਰੇ ਤਖਤ ਪਰ ਦਰਸਹ ਆਏ। ਤੋ ਉਹਨਾਂ ਦੇ ਦਰਸ਼ਨ ਕੀਤੇ ਜਾਣ। ਭਾਵ ਹੁਕਮਨਾਮਾ ਜਦੋਂ ਗਿਆ ਨਾ ਜਿੱਥੇ ਭੇਜਣੇ ਸੀ ਹੁਕਮਨਾਮੇ, ਉਹ ਦੇਸ਼ 'ਚ ਸਿੱਖ ਖੜ ਕੇ ਪੜ੍ਹਦਾ ਸੱਥਾਂ ਦੇ ਵਿੱਚ, ਵੱਡੀਆਂ ਸਭਾਵਾਂ ਦੇ ਵਿੱਚ, ਧਰਮਸ਼ਾਲਾ ਸਿੱਖਾਂ ਦੇ ਘਰਾਂ ਵਿੱਚ। ਤੋ ਇਹ ਹੁਕਮਨਾਮੇ ਜਾਰੀ ਹੋਏ ਆ ਵੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਕਰ ਦਿੱਤੇ ਗਏ ਆ। ਹੁਣ ਉਹਨਾਂ ਦੇ ਸਾਹਿਬਜ਼ਾਦੇ ਅਜਾਨ ਬਾਹੋ ਬੰਦੀ ਛੋੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਤਖਤ 'ਤੇ ਛੇਵੇਂ ਗੁਰੂ ਸਾਹਿਬ ਅਖਵਾ ਰਹੇ ਹੈ। ਸੰਗਤ ਦੇ ਵਾਸਤੇ ਉਹਨਾਂ ਦਾ ਹੁਕਮ ਆਇਆ ਹੈ। ਉਹ ਤਖਤ 'ਤੇ ਸੁਭਾਏਮਾਨ ਹਨ ਅਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਛੇਤੀ ਤੋਂ ਛੇਤੀ ਸੰਗਤ ਅੰਮ੍ਰਿਤਸਰ ਸਾਹਿਬ ਪਹੁੰਚਣਾ ਕਰੇ। ਨੀਕੇ ਸ਼ਸਤਰ ਤੋਂ ਰੰਗ ਮੰਗਾਏ। ਸੰਗਤ ਜੀ ਗੁਰੂ ਸਾਹਿਬ ਨੇ ਹੁਕਮ ਕੀਤਾ ਸੋਹਣੇ ਸ਼ਸਤਰ ਲੈ ਕੇ ਆਓ, ਸੋਹਣੇ ਚੰਚਲ ਘੋੜੇ ਹਾਜ਼ਰ ਕਰੋ ਜੀ। ਜੋ ਅਰਨਹ ਲਹਿ ਖੁਸ਼ੀ ਵਿਸਾਲਾ। ਜਿਹੜਾ ਗੁਰੂ ਘਰ ਘੋੜੇ ਤੇ ਸ਼ਸਤਰ ਭੇਟ ਕਰੇਗਾ ਉਹਦੇ ਤੇ ਗੁਰੂ ਪਾਤਸ਼ਾਹ ਦੀ ਬੇਅੰਤ ਖੁਸ਼ੀ ਹੋਵੇਗੀ। ਨਹਿ ਬਿਲਮਹ ਆਵਹਤ ਤਕਾਲਾ। ਤੇ ਪਾਤਸ਼ਾਹ ਨੇ ਹੁਕਮ ਕੀਤਾ ਦੇਰੀ ਨਾ ਕਰੇ ਸੰਗਤ, ਛੇਤੀ ਤੋਂ ਛੇਤੀ ਅੰਮ੍ਰਿਤਸਰ ਸਾਹਿਬ ਪਹੁੰਚੇ। ਪੂਰਬ ਦਿਸ਼ ਕੇ ਨਗਰ ਵਿਸਾਲੇ। ਜਿੰਨੇ ਪੂਰਬ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਤੇ ਜਿੰਨੇ ਸਾਧ ਸੰਗਤ ਜੀ ਨਗਰ ਸ਼ਹਿਰ ਵੱਡੇ ਸਨ। ਦਿੱਲੀ ਬਾਹਰ ਆਗਰੇ ਚਾਲੇ। ਜਿਵੇਂ ਦਿੱਲੀ ਹੋਈ, ਆਗਰੇ ਵਰਗੇ ਵੱਡੇ ਨਗਰ ਹਨ, ਛੋਟੇ ਵੱਡੇ ਸਾਰੇ। ਦਿੱਲੀ, ਆਗਰਾ ਇਹ ਪੂਰਬ ਵਾਲੇ ਪਾਸੇ ਜੋ ਸ਼ਹਿਰ ਹਨ। ਪਟਨੇ ਪੁਰ ਮਕਸੂਦਾਬਾਦ। ਚਾਹੇ ਪਟਨਾ ਸਾਹਿਬ ਹੈ, ਇਹ ਇਸ ਤੋਂ ਇਲਾਵਾ ਪਟਨਪੁਰ ਵੀ ਕਹਿ ਦਿੰਦੇ ਹੈ। ਤੋ ਸਾਰੇ ਮਕਸੂਦਾਬਾਦ ਵਰਗੇ ਜੋ ਨਗਰ ਹਨ। ਕਾਂਸ਼ੀ ਆਦਿਕ ਫਰਕਾਬਾਦ। ਕਾਂਸੀ ਬਨਾਰਸ ਨੂੰ ਹੁਕਮਨਾਮੇ ਭੇਜ ਦਿੱਤੇ ਹੈ। ਫਾਰੂਖਾਬਾਦ ਇਹ ਜਿਹੜੇ ਚੜ੍ਹਦੇ ਵਾਲੇ ਪਾਸੇ ਨਗਰ ਹੈ, ਇਹਨਾਂ ਨਗਰਾਂ ਵਿੱਚ ਹੁਕਮਨਾਮੇ ਭੇਜੇ ਹਨ। ਤਿਮ ਦੱਖਣ ਸਿੱਖੀ ਜਿਸ ਬਾਨ। ਫਿਰ ਮਹਾਰਾਜ ਦੀ ਜਿਹੜੀ ਦੱਖਣ ਵਾਲੇ ਪਾਸੇ ਜਿੰਨੀ ਸਿੱਖੀ ਸੀ ਉਹ ਸਿੱਖਾਂ ਦੇ ਸ਼ਹਿਰਾਂ ਵਿੱਚ ਘਰਾਂ ਵਿੱਚ ਹੁਕਮਨਾਮੇ ਭੇਜੇ ਗਏ ਹੈ। ਪਸਚਮ ਦਿਸ ਕੇ ਨਗਰ ਮਹਾਨ। ਜਿਹੜੇ ਕੋ ਪੱਛਮ ਵਾਲੇ ਪਾਸੇ ਦੇ ਜਿੰਨੇ ਨਗਰ ਸ਼ਹਿਰ ਹਨ ਵੱਡੇ। ਕਾਬਲ ਅਰ ਕੰਧਾਰ ਪਿਸ਼ੌਰ। ਕਾਬਲ, ਕੰਧਾਰ, ਪਿਸ਼ੌਰ, ਮੁਲਤਾਨ ਤੀਕਰ ਸਾਰੇ ਹੀ। ਗਿਨਾ ਕਹਾਂ ਲਗ ਸਿੱਖੀ ਠਾਰ। ਕਵੀ ਜੀ ਕਹਿੰਦੇ ਸਿੱਖੀ ਕਿੱਥੋਂ ਤੱਕ ਹੈ ਗੁਰੂ ਨਾਨਕ ਪਾਤਸ਼ਾਹ ਦੀ, ਇਹ ਹੁਣ ਲਿਖਿਆ ਨਹੀਂ ਜਾਂਦਾ। ਸਭ ਪਾਸੇ ਚਾਰੇ ਦਿਸ਼ਾਵਾਂ 'ਚ ਸਾਰੇ ਸ਼ਹਿਰ ਹੀ ਆ ਜਾਂਦੇ ਆ। ਤੋ ਸਾਰੇ ਥਾਵਾਂ 'ਤੇ ਮਹਾਰਾਜ ਨੇ ਹੁਕਮ ਭੇਜ ਦਿੱਤੇ ਆ। ਉੱਤਰਪੁਰ ਆਦਿਕ ਕਸ਼ਮੀਰ। ਉੱਤਰ ਦੇ ਜਿੰਨੇ ਨਗਰ ਸ਼ਹਿਰ ਆ ਜਿਹਦੇ ਵਿੱਚ ਕਸ਼ਮੀਰ ਆਦਿਕ ਦੇ ਇਲਾਕੇ, ਪਹਾੜੀ ਇਲਾਕੇ ਹਨ। ਗਮਨੇ ਸ਼ੀਘਰ ਸਿੱਖ ਜਨ ਧੀਰ। ਇਹ ਹੁਕਮਨਾਮੇ ਲਿਖ ਦਿੱਤੇ ਗਏ ਸਾਧ ਸੰਗਤ ਜੀ। ਤੇ ਸਿੱਖ ਧੀਰਜ ਧਾਰੀ ਜਿਹੜੇ ਆ ਬੜੇ ਤਿਆਰ ਹੋ ਕੇ ਇਹ ਹੁਕਮਨਾਮੇ ਲੈ ਕੇ ਤੁਰ ਪਏ ਹਨ। ਪਹੁੰਚ ਹੁਕਮਨਾਮੇ ਸਭ ਥਾਨ। ਹੋਰ ਵੀ ਹੁਕਮਨਾਮੇ ਜੋ ਲਿਖੇ ਸਾਰੇ ਥਾਵਾਂ ਤੇ ਭੇਜ ਦਿੱਤੇ ਗਏ ਆ। ਪਠ ਮਸੰਦ ਸੁਧ ਕਰੀ ਬਖਾਨ। ਮਸੰਦਾਂ ਨੇ ਹੁਕਮਨਾਮੇ ਪੜ੍ਹ ਕੇ ਸਾਰੀ ਸੰਗਤ ਨੂੰ ਖਬਰ ਕਰ ਦਿੱਤੀ ਹੈ ਵੀ ਮਹਾਰਾਜ ਦਾ ਹੁਕਮ ਆਇਆ ਹੈ। ਜਿਹਨੇ ਦਰਸ਼ਨ ਕਰਨ ਆਉਣਾ ਘੋੜੇ ਸ਼ਾਸਤਰ ਲੈ ਕੇ ਆਵੇ, ਸਾਡੀ ਵਧੇਕ ਖੁਸ਼ੀ ਹੋਵੇਗੀ। ਇਹ ਹੁਕਮ ਕਰ ਦਿੱਤਾ ਹੈ। ਸੁਨ ਸਿੱਖਣ ਜੋ ਗੁਰ ਕੀ ਕਾਰ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਸੇਵਾ ਆਰੰਭ ਹੋ ਰਹੀ ਆ। ਅਕਾਲ ਤਖਤ ਸਾਹਿਬ ਦੀ ਇਹ ਗੱਲ ਸੁਣੀ ਜਦੋਂ ਸਿੱਖਾਂ ਨੇ, ਸੰਗਤਾਂ ਨੂੰ ਪਤਾ ਲੱਗਿਆ ਹੈ। ਖਰਚਿਓ ਦਰਬਲੀਨ ਹਥਿਆਰ। ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਮੰਨ ਕੇ ਸਾਧ ਸੰਗਤ ਜੀ ਜਿਹੜੇ ਸਿੱਖ ਬਾਣੀ ਪੜ੍ਹਦੇ ਸਨ ਸਾਰਾ ਦਿਨ, ਤੋ ਉਹ ਸਿੱਖਾਂ ਦੇ ਵਿੱਚ ਵੀ ਵੀਰ ਰਸ ਮਹਾਰਾਜ ਨੇ ਭਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਪਾਉਂਦਿਆਂ ਸਾਰ ਸਿੱਖ ਘਰ ਦੀਆਂ ਵਸਤੂਆਂ ਵੇਚ ਕੇ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਸ਼ਾਸਤਰ ਲੈਣ ਲੱਗੇ।
ਜਿਸ ਦੇ ਪਾਸ ਕੋਈ ਫਸਲ ਹੁੰਦੀ ਫਸਲ ਵੇਚਦਾ, ਕੋਈ ਪਸ਼ੂ ਵੇਚਦਾ, ਆਪਣੇ ਘਰ ਦੀਆਂ ਰਸਤਾਂ ਬਸਤਾਂ ਵੇਚ-ਵੇਚ ਕੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਘੋੜੇ ਤੇ ਸ਼ਸਤਰ ਸਿੱਖਾਂ ਨੇ ਖਰੀਦਣੇ ਆਰੰਭ ਕਰ ਦਿੱਤੇ ਐ। ਚੰਚਲ ਤੁਰੰਗ ਮੂਲ ਕਰ ਲੀਏ। ਮੁੱਲ ਕਰ ਕਰਕੇ ਲੈਂਦੇ ਆ, ਆਹ ਘੋੜਾ ਲਈਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਾਸਤੇ ਬੈਠਣ ਯੋਗ ਹੈ, ਤੰਦਰੁਸਤ ਬਹੁਤ ਹੈ। ਤੋ ਮੁੱਲ ਕਰਦੇ ਆ ਸਿੱਖ ਸੰਗਤਾਂ ਵਪਾਰੀਆਂ ਦੇ ਨਾਲ, ਮੁੱਲ ਕਰ ਕਰਕੇ ਸਿੱਖਾਂ ਨੇ ਘੋੜੇ ਸ਼ਸਤਰ ਲੈ ਲਏ ਹਨ। ਗੁਰ ਪ੍ਰਸੰਨਤਾ ਚਾਹਤ ਕੀਏ। ਕਵੀ ਜੀ ਕਹਿੰਦੇ ਸਾਰੇ ਸਿੱਖ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖੁਸ਼ ਕਰਨਾ ਚਾਹੁੰਦੇ ਆ, ਪਾਤਸ਼ਾਹ ਦੀ ਖੁਸ਼ੀ ਲੈਣੀ ਚਾਹੁੰਦੇ, ਮਾਇਆ ਨਹੀਂ ਵੇਖਦੇ ਹਨ। ਜਹ ਕਹਿ ਕਰੀ ਖਰੀਦ ਵਿਸਾਲੇ। ਜਿੱਥੇ ਕਿੱਥੇ ਜਾ ਕੇ ਪਹੁੰਚ ਕੇ ਸਿੱਖਾਂ ਨੇ ਬੜੀ ਮਹਾਨ ਖਰੀਦ ਕੀਤੀ, ਸ਼ਸਤਰ ਘੋੜੇ ਇਸ ਤਰ੍ਹਾਂ ਖਰੀਦੇ ਜਾ ਰਹੇ ਹਨ। ਸਭ ਦਿਸ਼ ਤੇ ਦਰਸ਼ਨ ਹਿਤ ਚਾਲੇ। ਸੰਗਤਾਂ ਤਿਆਰੇ ਕਰ ਲੈ, ਕੋਈ ਖਾਲੀ ਹੱਥ ਨਹੀਂ। ਸਾਧ ਸੰਗਤ ਜੀ ਚਾਹੇ ਕੋਈ ਖੰਜਰੀ ਲੈ ਕੇ ਗਿਆ, ਮਹਾਰਾਜ ਵਾਸਤੇ ਲੈ ਕੇ ਜ਼ਰੂਰ ਗਿਆ। ਤੇ ਵੇਖੋ ਹੁਣ ਕਿੰਨੀ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਆਉਂਦੀ, ਕਿੰਨੇ ਘੋੜੇ ਆਏ ਹੋਣਗੇ, ਕਿੰਨੇ ਸ਼ਸਤਰ ਆਏ ਹੋਣਗੇ। ਸੰਗਤਾਂ ਨੇ ਹੁਕਮ ਮਹਾਰਾਜ ਦਾ ਮੰਨ ਕੇ ਤਿਆਰੇ ਕਰ ਲਏ ਐ। ਤਿਆਰ ਬਰ ਤਿਆਰ ਹੋ ਕਰਕੇ ਸੰਗਤਾਂ ਹਰਿਮੰਦਰ ਸਾਹਿਬ ਨੂੰ ਚੱਲ ਪਈਆਂ, ਘੋੜੇ ਸ਼ਸਤਰ ਲੈ ਕਰਕੇ। ਧਨੀ ਬਿਲੰਦ ਮਸੰਦ ਅਗਾਰੀ। ਬੜੇ ਧਨੀ ਲੋਕ, ਵੱਡੇ ਮਸੰਦ ਜਿਹੜੇ ਉਹ ਅੱਗੇ ਲੱਗੇ ਹੋਏ ਹਨ। ਗਮਨੇ ਸੰਗਤ ਸਿੱਖ ਪਿਛਾਰੀ। ਸਾਰੀ ਸਿੱਖ ਸੰਗਤ ਇਹਨਾਂ ਪ੍ਰਚਾਰਕਾਂ ਮਸੰਦਾਂ ਮੋਹਰੀ ਸਿੱਖਾਂ ਦੇ ਪਿੱਛੇ ਲੱਗੀ ਤੁਰੀ ਆ ਰਹੀ ਹੈ। ਇਤ ਸਤ ਗੁਰ ਸਭ ਕੀਨ ਸਮਾਜਾ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਤਿਆਰੇ ਕਰ ਲਏ ਆ, ਸਾਰਾ ਸਾਜੋ ਸਮਾਨ ਇਕੱਠਾ ਕਰਨਾ ਆਰੰਭ ਕਰ ਦਿੱਤਾ ਹੈ। ਵਸਤਰ ਵਿਭੂਖਣ ਪਹਿਰਨ ਕਾਜਾ। ਤੇ ਤਿਆਰੀ ਕਰ ਲਈ। ਅੰਮ੍ਰਿਤ ਵੇਲੇ ਜਦੋਂ ਅਗਲੇ ਦਿਨ ਸੰਗਤਾਂ ਆਉਣੀਆਂ ਆਰੰਭ ਹੋ ਗਈਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਸੁੰਦਰ ਵਸਤਰ ਪਹਿਨ ਲਏ ਐ, ਜੋ ਸੋਨੇ ਦੇ ਗਹਿਣੇ ਸੁੰਦਰ ਪਹਿਨ ਲਏ ਹਨ। ਪੋਸ਼ਿਸ਼ ਪੀਤ ਜਰੀ ਜੋ ਤੋ ਛਾਜੈ। ਤੇ ਦੁਸ਼ਾਲੇ ਲੈ ਲਏ ਐ, ਸੁੰਦਰ ਜਿਹੜੀ ਪੀਲੇ ਰੰਗ ਦਾ ਮਹਾਰਾਜ ਨੇ ਵੱਡਾ ਚੋਲਾ ਪਾਉਣਾ ਕੀਤਾ। ਜਿਹੜੇ ਚੋਲੇ ਮਹਾਰਾਜੇ ਕਲੀਆਂ ਵਾਲਾ ਪਾਉਂਦੇ ਸਨ, ਉਹ ਮਹਾਰਾਜ ਨੇ ਉਸ ਤੋਂ ਵੀ ਵਧੇਕ ਕਲੀਆਂ ਪਵਾ ਕੇ ਖੁੱਲਾ ਬਾਣਾ ਪੀਲੇ ਰੰਗ ਦਾ ਪਹਿਨ ਲਿਆ। ਦਸਤਾਰਾ ਸਜਾ ਲਿਆ ਦਮਾਲਾ। ਜਾਮਾ ਬੜ ਅਭਿਰਾਮ ਬਿਰਾਜੈ। ਤੋ ਮਹਾਰਾਜ ਦਾ ਬਹੁਤ ਸੁੰਦਰ ਪੀਲੇ ਰੰਗ ਦਾ ਬਸਤਰ ਸ਼ੋਭਾ ਪਾ ਰਿਹਾ ਹੈ। ਕਲਗੀ ਜਿਗਾ ਜਵਾਹਰ ਜਰੇ। ਸੀਸ ਤੇ ਨਵਾਂ ਦਮਾਲਾ ਹਜ਼ੂਰ ਦੇ, ਜਿਗਾ ਸਜਾਈ ਗਈ ਸੋਨੇ ਦੀ ਜੜਤ ਵਾਲੀ ਕਲਗੀ ਮਹਾਰਾਜ ਨੇ ਸਜਾ ਲਈ ਹੈ। ਮੁਕਤਾ ਗੁੱਛਤ ਨਾ ਪਰ ਕਰੇ। ਜਿਸ ਜਗ੍ਹਾ ਕਲਗੀ ਉੱਪਰ ਮੋਤੀ ਬੇਸ਼ਕੀਮਤੀ ਸੁੱਚੇ ਮੋਤੀਆਂ ਦੇ ਗੁੱਛਿਆਂ ਦੇ ਗੁੱਛੇ ਲਟਕਦੇ ਹਨ। ਕੰਚਨ ਕੰਗਨ ਹੀਰਨ ਖਚੇ। ਮਹਾਰਾਜ ਦੇ ਸੋਨੇ ਦੇ ਭਾਰੇ ਕੜੇ ਪਹਿਨੇ ਹੋਏ ਆ, ਜਿਹਦੇ ਵਿੱਚ ਹੀਰੇ ਜਵਾਹਰਾਤ ਜੜੇ। ਭਾਵ ਵੀ ਪਾਤਸ਼ਾਹ ਮਹਾਰਾਜ ਨੇ ਬਾਦਸ਼ਾਹ ਬਣ ਕੇ ਵਿਖਾ ਦਿੱਤਾ ਹੈ ਵੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਦੇ ਘਰ ਵਿੱਚ ਹੁਣ ਰਾਜਸੀ ਗੁਣ ਵੀ ਆਵੇਗਾ। ਕੁੰਡਲ ਦਮਕ ਜੇਬ ਜੁਤ ਰਚੇ। ਆ ਸੁੰਦਰ ਕੁੰਡਲਾਂ ਦੇ ਅੰਦਰ ਜਿਹਦੇ ਵਿੱਚ ਬੇਅੰਤ ਹੀਰੇ ਜਵਾਹਰਾਤ ਦੀ ਜੜੌਤ ਜੜੀ ਹੋਈ ਹੈ। ਮੁਕਤਾ ਮਾਲ ਉਜਾਲ ਵਿਸਾਲਾ। ਪੰਜ ਲੜੀਆ ਐਨ ਉਜਲ ਚਿੱਟੇ ਰੰਗ ਦਾ ਸਫੈਦ ਹਾਰ ਸੱਚੇ ਪਾਤਸ਼ਾਹ ਨੇ ਗਲ ਵਿੱਚ ਪਹਿਨਿਆ ਹੈ। ਇੱਕ ਸਮਾਨ ਗਣ ਗਿਰਦ ਸੁਟਾਲਾ। ਸਾਰੀ ਗਰਦਨ ਦੇ ਦਿਵਾਲੇ ਪੰਜ ਲੜੀਆਂ ਦਾ ਹਾਰ ਇੱਕ ਸਮਾਨ ਜਿਹੜਾ ਵਾ ਉਹ ਸਜਿਆ ਹੋਇਆ। ਚਿੱਟੇ ਸੁੱਚੇ ਮੋਤੀ ਹਾਰ ਵਿੱਚ ਚਮਕਦੇ ਹਨ। ਰਚੇ ਕੋਰ ਹੀਰੇ ਬਰ ਚੀਰੇ। ਸੋਹਣੇ ਹੀਰੇ ਜੜੇ ਹੋਏ ਆ, ਜਵਾਹਰਾਤ ਦੀ ਜੜੌਤ ਜੜੀ ਹੋਈ ਹੈ। ਸੁੰਦਰ ਬੇਸ਼ਕੀਮਤੀ ਤਿਕੋਣੇ ਜਿਹੜੇ ਚੀਰੇ ਹੋਏ ਸੁੰਦਰ ਹੀਰੇ ਜੜੇ ਹੋਏ ਹਨ। ਜਿਨ ਕੀ ਦਮਕ ਹੋਤ ਵਿਸਤੀਰੇ। ਜਿਨ੍ਹਾਂ ਦੀ ਚਮਕ ਦੂਰ ਦੂਰ ਤੱਕ ਸਜਦੀ ਹੈ, ਨੇਤਰ ਪਾੜਦੀ ਹੈ। ਨਵਰਤ ਨੇ ਸੁੰਦਰ ਬਨਵਾਏ। ਤੋ ਮਹਾਰਾਜ ਨੇ 9 ਰਤਨਾਂ ਦੇ ਸੁੰਦਰ ਜਿਹੜੇ ਵੈ ਇਹ ਗਹਿਣੇ ਜੇ ਕਹਿ ਲਓ ਜਾਂ ਜਿਗਾ ਕਲਗੀ ਆਦਿਕ ਬਣਵਾਈ, ਹਾਰ ਬਣਵਾਇਆ ਹੈ ਜਾਂ ਬਣੇ ਹੋਏ ਹਨ। ਨਵ ਬਰ ਵਰਨ ਜਿਨਹਾ ਅਧਿਕਾਏ। ਤੋ ਇਸ ਤਰ੍ਹਾਂ ਸਾਧ ਸੰਗਤ ਜੀ 9 ਤਰ੍ਹਾਂ ਦੇ ਰਤਨ ਤੇ 9 ਹੀ ਉਹਨਾਂ ਦੇ ਰੰਗ ਹੈ ਮਹਾਰਾਜ ਦੇ ਗਹਿਣਿਆਂ ਵਿੱਚ ਜੜੇ ਹੋਏ ਸਾਰੇ ਹੀ। ਤਥਾ ਸ਼ਸਤਰ ਸੁਥਰੇ ਸਮੁਦਾਏ। ਤੋ ਮਹਾਰਾਜ ਦੇ ਸ਼ਸਤਰ ਪਹਿਨੇ ਹੋਏ, ਚੱਕਰ ਪਹਿਨੇ ਦਵਾਲੇ ਤੇ ਉਹ ਵੀ ਸੋਧੇ ਹੋਏ ਆ, ਲਿਸ਼ਕਾਂ ਮਾਰਦੇ ਹਨ। ਭੂਖਣ ਸਾਜ ਨਵੀਨ ਬਨਾਏ। ਨਵੇਂ ਸ਼ਸਤਰ ਪਹਿਨੇ ਐਨ ਚਮਕਦੇ ਚਮਕਾਰਾਂ ਪੈਂਦੀਆਂ
ਤੇ ਸੁੰਦਰ ਨਵੇਂ ਬਸਤਰ ਪੀਲੇ ਰੰਗ ਦਾ ਚੋਲਾ ਹਜ਼ੂਰ ਦੇ ਸਜਦਾ ਹੈ। ਹੁਕਮ ਸਭਿਨ ਪਰ ਗੁਰ ਕਰ ਦੀਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਰਿਆਂ ਉੱਪਰ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਹੈ ਸਾਜ ਤੁਰੰਗਨ ਬਨਹਿ ਨਵੀਨਾ। ਵੀ ਜਿਹੜੇ ਕੋਈ ਸਾਧ ਸੰਗਤ ਜੀ ਮਿਸਤਰੀ ਆਦਿ ਕੋ ਸਮੇਂ ਦੇ ਸਨ, ਘੋੜਿਆਂ ਦੇ ਤਿਆਰੇ ਕਰਨ ਵਾਲੇ, ਉਹ ਮੰਗਾਏ ਗਏ। ਜਿਹੜੇ ਫੌਜਾਂ ਦੇ ਘੋੜਿਆਂ ਦੀਆਂ ਕਾਠੀਆਂ ਤੇ ਲਗਾਮਾਂ ਹੋਰ ਕੋਈ ਬਣਾਉਂਦੇ ਸਨ, ਰਕਾਬਾਂ, ਉਹ ਸੁੰਦਰ ਕਾਰੀਗਰ ਸੱਦ ਕਰਕੇ ਸੋਹਣੇ ਚੰਗੇ ਜਿਹੜੇ ਕਾਰੀਗਰ ਹਨ, ਮੁਹਾਰਤ ਹਾਸਲ ਹੈ ਜਿਨ੍ਹਾਂ ਨੂੰ, ਸੋਹਣਾ ਕੰਮ ਕਰਨ ਵਾਲੇ, ਉਹਨਾਂ ਨੂੰ ਹੁਕਮ ਕੀਤਾ ਗਿਆ ਵੀ ਗੁਰੂ ਕੀ ਸੰਗਤ ਘੋੜੇ ਲੈ ਕੇ ਆ ਰਹੀ ਹੈ ਤੇ ਉਹਨਾਂ ਵਾਸਤੇ ਤੁਸਾਂ ਨੇ ਸੋਹਣੀਆਂ ਕਾਠੀਆਂ ਬਣਾਉਣੀਆਂ, ਲਗਾਮਾਂ ਬਣਾਉਣੀਆਂ, ਰਕਾਬਾਂ ਬਣਾਉਣੀਆਂ ਹਨ। ਕੰਚਨ ਰਜਤ ਵਿਭੂਖਣ ਬਨੈ। ਤੇ ਮਹਾਰਾਜ ਦੀ ਮੌਜ ਹੈ। ਸੱਚੇ ਪਾਤਸ਼ਾਹ ਕਹਿੰਦੇ ਹਰੇਕ ਕਾਠੀ ਉੱਪਰ ਸੋਨਾ ਲਾਉਣਾ ਹੈ। ਘੋੜਿਆਂ ਦੀਆਂ ਕਾਠੀਆਂ ਜਿਨ੍ਹਾਂ ਨੂੰ ਇਹ ਪੈਰੀ ਜੁੱਤੀ ਨਹੀਂ ਪਾਉਣ ਦਿੰਦੇ, ਅਸੀਂ ਸੋਨੇ ਦੀਆਂ ਕਾਠੀਆਂ ਬਣਵਾ ਕੇ ਘੋੜਿਆਂ 'ਤੇ ਚੜਾਉਣੇ ਆ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਹੁਕਮ ਕਰ ਦਿੱਤਾ ਕਿ ਸੋਨੇ ਦੀ ਕਾਠੀਆਂ 'ਤੇ ਸੋਨਾ ਲਾਇਆ ਜਾਵੇ, ਹੀਰੇ ਜਵਾਹਰਾਤ ਘੋੜਿਆਂ ਦੀਆਂ ਲਗਾਮਾਂ ਵਿੱਚ ਲਾਏ ਜੜੇ ਜਾਣ। ਰੇਸ਼ਮ ਡੋਰ ਜਰੀ ਗਨ ਸਨੈ। ਤੇ ਕਾਠੀਆਂ ਰੇਸ਼ਮ ਦੀਆਂ ਡੋਰਾਂ ਨਾਲ ਮੜਨੀਆਂ ਹਨ ਸਾਰੀਆਂ ਹੀ। ਸੁਣ ਸੁਣ ਹੁਕਮ ਚੌਂਪ ਕਰ ਸਾਰੇ। ਤੇ ਰੇਸ਼ਮ ਦੀਆਂ ਡੋਰਾਂ ਜਿਹੜੀਆਂ ਘੋੜਿਆਂ ਦੇ ਬਸਤਰਾਂ 'ਤੇ ਵੀ ਲਾਉਣੀਆਂ। ਇਸ ਤਰ੍ਹਾਂ ਸਾਰੇ ਹੀ ਸੁਣ ਕੇ ਹੈਰਾਨ ਹੋ ਰਹੇ ਆ ਵੀ ਇਹੋ ਜਿਹੀ ਤਾਂ ਬਾਦਸ਼ਾਹ ਦੇ ਫੌਜ ਨਹੀਂ ਤਿਆਰ ਕੀਤੀ ਅੱਜ ਤੀਕਰ, ਜਿਨ੍ਹਾਂ ਦੀਆਂ ਘੋੜੀਆਂ 'ਤੇ ਵੀ ਘੋੜੀਆਂ ਦੇ ਕਾਠੀਆਂ 'ਤੇ ਵੀ ਸੋਨਾ ਲੱਗਿਆ ਹੋਵੇ। ਤੋ ਸੱਚੇ ਪਾਤਸ਼ਾਹ ਦਾ ਹੁਕਮ ਸੁਣ ਕੇ ਜਿਹੜੇ ਕਾਰੀਗਰ ਬੜੇ ਖੁਸ਼ ਹੋ ਰਹੇ ਆ ਤੇ ਬਹੁਤ ਚਾਅ ਦੇ ਨਾਲ ਕੰਮ ਆਰੰਭ ਕਰ ਦਿੱਤਾ ਹੈ। ਲੱਗੇ ਕਰਾਵਣ ਕਾਰਜ ਤਿਆਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਮੰਨ ਕੇ ਜਿਹੜੇ ਮੋਹਰੀ ਸਿੱਖ ਆ ਘੋੜਿਆਂ ਦੀਆਂ ਕਾਠੀਆਂ ਹੋਰ ਸ਼ਾਸਤਰਾਂ ਬਸਤਰਾਂ ਦੀ ਤਿਆਰੀ ਕਰਵਾਉਣ ਲੱਗ ਪਏ ਹਨ। ਸ਼੍ਰੀ ਗੁਰ ਬ੍ਰਿਧ ਕੇ ਸੰਮਤ ਹੋਏ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਦੇ ਨਾਲ, ਕਿਉਂਕਿ ਇਹਨਾਂ ਦਾ ਮਸ਼ਵਰਾ ਜ਼ਰੂਰ ਲੈਂਦੇ ਸੀ, ਸਾਰੇ ਪਾਤਸ਼ਾਹ ਲੈਂਦੇ ਰਹੇ ਹੈ, ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ। ਉਹਨਾਂ ਦੇ ਅਨੁਸਾਰ ਹੀ ਹੋ ਕਰਕੇ ਗਨਕ ਹਕਾਰਿਓ ਨੀਕੇ ਜੋਏ। ਤੋ ਇੱਥੇ ਕਵੀ ਸੰਤੋਖ ਸਿੰਘ ਜੀ, ਸਾਧ ਸੰਗਤ ਜੀ, ਜਿਹੜੇ ਇਹ ਕੋਈ ਸ਼ਾਸਤਰ ਪੜ੍ਹੇ ਹੁੰਦੇ ਆ ਜੋਤਿਸ਼ ਦੇ, ਕੋਈ ਵੈਦਿਕ ਮਤ ਦੇ, ਕਿਉਂਕਿ ਕਵੀ ਸੰਤੋਖ ਸਿੰਘ ਵਿਦਵਾਨ ਬਹੁਤ ਸੀ ਤੇ ਇਹ ਗ੍ਰੰਥ ਸਾਧ ਸੰਗਤ ਜੀ ਵਿਦਵਾਨਾਂ ਦੀ ਸਭਾ ਦੀ ਕਥਾ ਹੈ, ਜਿਸ ਕਰਕੇ ਜਣਾਉਂਦੇ ਆ ਕਵੀ ਜਿਹੜੇ ਹੁੰਦੇ ਆ ਵੀ ਅਸੀਂ ਆਹ ਵੀ ਗ੍ਰੰਥ ਪੜ੍ਹੇ ਹੋਏ ਆ। ਉੱਥੇ ਢੁੱਕ ਦੀ ਥਾਂ 'ਤੇ ਉਹ ਗੱਲ ਜੀ ਲਾ ਦਿੰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇਹੋ ਜਿਹਾ ਕਾਰਜ ਕੋਈ ਕੀਤਾ ਨਹੀਂ। ਇੱਥੇ ਉਹ ਪ੍ਰਸੰਗ ਆ ਰਹੇ ਆ ਵੀ ਮਹਾਰਾਜ ਨੇ ਇੱਕ ਗਣਕ ਜਿਹਨੂੰ ਜੋਤਸ਼ੀ ਕਹਿੰਦੇ ਸੱਦਿਆ, ਤੋ ਪਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਸਾਹਾ ਗਣੈ ਨ ਕਰੈ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਤੋ ਜੇ ਮਹਾਰਾਜ ਨੇ ਜਿਹੜਾ ਮਹੂਰਤ ਕਹਿ ਲਓ ਜੋਤਸ਼ੀ ਨੂੰ ਸੱਦਣਾ ਹੁੰਦਾ, ਜਦੋਂ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਉਦੋਂ ਸੱਦਦੇ। ਹੁਣ ਤਾਂ ਕੇਵਲ ਬਸ ਦਿਨ ਮਿਥਣਾ ਵੀ ਕਦੋਂ ਸੰਗਤਾਂ ਦਾ ਜੋੜ ਮੇਲਾ ਇਕੱਠਾ ਕਰੀਏ, ਹੁਕਮਨਾਮੇ ਲਿਖੀਏ ਤੇ ਉਹ ਸੰਗਤਾਂ ਜਾਂ ਜਦੋਂ ਸਾਰੀਆਂ ਸੰਗਤਾਂ ਹੁਕਮ ਲਿਖਣ ਤੋਂ ਬਾਅਦ, ਮਿਲਣ ਤੋਂ ਬਾਅਦ ਪਹੁੰਚ ਜਾਣਗੀਆਂ, ਉਹਨਾਂ ਸਾਰੀਆਂ ਸੰਗਤਾਂ ਨੂੰ ਫਿਰ ਕਿਵੇਂ ਇੱਕ ਥਾਂ ਇਕੱਠੇ ਕਰਕੇ ਤੇ ਐਲਾਨ ਕਰੀਏ ਜੋ ਵੀ ਮਹਾਰਾਜ ਨੇ ਹੁਕਮ ਜਾਰੀ ਕਰਨੇ ਆ। ਤੋ ਇੱਥੇ ਬਾਬਾ ਬੁੱਢਾ ਸਾਹਿਬ ਦੇ ਸੰਮਤ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਵੇਂ ਗਣਕ ਜਿਹਨੂੰ ਕਹਿ ਦਿੰਦੇ ਜੋਤਸ਼ੀ ਸੱਦ ਕਰਕੇ ਸੁੰਦਰ ਸਮਾ ਸੁਧਾਵਣ ਕਾਜ। ਉਹ ਕਵੀ ਇਸ ਤਰ੍ਹਾਂ ਕਹਿ ਰਿਹਾ ਵੀ ਸੋਹਣਾ ਸਮਾਂ ਜਿਹੜਾ ਮਹੂਰਤ ਸਧਵਾਉਣ ਵਾਸਤੇ, ਕਢਵਾਉਣ ਵਾਸਤੇ। ਜਸ ਕੀ ਜਹ ਅਭਿਖੇਕਣ ਕਾ ਰਾਜ। ਤੇ ਕਿਵੇਂ ਅਸੀਂ ਰਾਜ ਦੀ, ਸਿੱਖਾਂ ਦੇ ਰਾਜ ਕਰਨ ਦੀ ਨੀਂਹ ਰੱਖ ਦਈਏ ਜੀ। ਸੁਣਤ ਹੁਕਮ ਤਿਨ ਸੋਧ ਸੁਨਾਇਓ। ਉਹ ਹੁਕਮ ਸੁਣ ਕੇ ਜਿਹੜਾ ਗਣਕ ਹੈ ਉਸਨੇ ਮਹਾਰਾਜ ਨੂੰ ਇਉਂ ਬਚਨ ਕੀਤਾ ਹੈ, ਸ਼੍ਰੀ ਸਤਿਗੁਰ ਆਛੋ ਦਿਨ ਪਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਹੇ ਗਰੀਬਾਂ ਨੂੰ ਨਿਵਾਜਣ ਵਾਲੇ ਸੱਚੇ ਪਾਤਸ਼ਾਹ ਜੀ, ਇਹ ਸੁੰਦਰ ਜੋ ਦਿਨ ਹੈ, ਜਿਸ ਤੇ ਦਿਨ ਪ੍ਰਤ ਵਧੈ ਪ੍ਰਤਾਪਾ। ਜਿਸ ਦਿਨ ਤੋਂ ਮਹਾਰਾਜ ਆਪ ਜੀ ਸਿੰਘਾਸਣ ਤੇ ਬੈਠੇ ਹੋ, ਉਸ ਦਿਨ ਤੋਂ ਬੇਅੰਤ ਪ੍ਰਤਾਪ ਆਪ ਜੀ ਦਾ ਵੱਧ ਰਿਹਾ ਹੈ ਤੇ ਅੱਗੇ ਵੱਧਦਾ ਜਾਵੇਗਾ। ਮਹਾਬਲੀ ਸ਼ਤਰੂ ਗਨ ਖਾਪਾ। ਪਾਤਸ਼ਾਹ ਆਪ ਜੀ ਤਾਂ ਮਹਾਨ ਯੋਧੇ ਹੋ ਤੇ ਬੇਅੰਤ ਦੁਸ਼ਮਣਾਂ ਨੂੰ ਖਪਾ ਦੇਣ ਵਾਲੇ ਹੋ। ਦਸਵੀਂ ਸੁਦੀ ਅਸਾਢ ਮਝਾਰੀ। ਪਾਤਸ਼ਾਹ ਜੀ ਹਾੜ ਮਹੀਨੇ ਦੀ ਜਿਹੜੀ 10ਵੀਂ ਸੁਦੀ ਥਿਤ ਚਾਨਣ ਪੱਖ ਦੀ ਹੈ। ਆਦਿਤਵਾਰ ਤੇਜ ਬਲ ਭਾਰੀ। ਐਤਵਾਰ ਦਾ ਜੋ ਦਿਨ ਹੈ ਭਾਰੀ ਬਲ ਤੇਜ ਪ੍ਰਤਾਪ ਵਾਲਾ।
ਉਦਿਆ ਚਲ ਤੁਲ ਤਖਤ ਵਿਸਾਲਾ। ਪਾਤਸ਼ਾਹ ਜੀ ਤੁਹਾਡਾ ਜਿਹੜਾ ਤਖਤ ਰਚ ਰਹੇ, ਤੁਸੀਂ ਤਖਤ ਬਣਾ ਰਹੇ ਹੋ, ਅਕਾਲ ਤਖਤ ਸਾਹਿਬ, ਅਕਾਲ ਬੁੰਗਾ। ਇਹ ਅਕਾਲ ਬੁੰਗਾ, ਅਕਾਲ ਤਖਤ ਸਾਹਿਬ ਉਦਿਆਚਲ ਜਿਹੜੇ ਪਰਬਤ ਦੇ ਵਰਗਾ ਉੱਚਾ ਹੋਵੇਗਾ ਤੇ ਹੈ ਵੀ ਹੈ। ਉਦਹਾ ਆਪ ਜਿਮ ਦਿਨ ਕਰ ਬਾਲਾ। ਤੇ ਇਹ ਤਖਤ ਉਦਿਆਚਲ ਪਰਬਤ ਵਰਗਾ, ਉਦਿਆਚਲ ਪਰਬਤ ਜੋ ਜਿਵੇਂ ਸੂਰਜ ਨਿਕਲਦਾ ਹੈ, ਮਹਾਰਾਜ ਆਪ ਇਸ ਮਹਾਨ ਤਖਤ ਤੇ ਬੈਠੇ ਹੋਏ ਸੋਭਾ ਪਾਵੋਗੇ। ਤੁਰਕ ਤਾਪ ਤਪ ਤੋਮ ਤੁਰੰਤਾ। ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਹੈ, ਮਹਾਨ ਹਨੇਰੇ ਦੇ ਬਰਾਬਰ ਹੈ, ਜਿਵੇਂ ਜ਼ੁਲਮ ਹੋ ਰਿਹਾ ਹੈ। ਉਡਗਣ ਕਰਨ ਕੁ ਕਰਮ ਨਵੰਤਾ। ਤੇ ਜਿਹੜੇ ਭੈੜੇ ਕੰਮ ਕਰਦੇ, ਤੁਰਕ ਜ਼ੁਲਮ ਕਰਦੇ ਆ, ਇਹ ਜਾਣ ਲਓ ਪਾਤਸ਼ਾਹ ਜੀ ਤਾਰਿਆਂ ਦੇ ਤੁੱਲ ਹੋਵੇ। ਕਰਹ ਅਦ੍ਰਿਸ਼ਟ ਇਨਹਾ ਤਤਕਾਲਾ। ਤੇ ਆਪ ਛੇਤੀ ਪਾਤਸ਼ਾਹ ਸੱਚੇ ਗਰੀਬ ਨਵਾਜ ਮਹਾਰਾਜ ਜੀ ਇਹਨਾਂ ਨੂੰ ਮਿਟਾ ਦਿਓ, ਜਿਵੇਂ ਸੂਰਜ ਚੜ੍ਹਦਾ ਹਨੇਰਾ ਤੇ ਤਾਰੇ ਛੁਪ ਜਾਂਦੇ ਐ। ਪਾਤਸ਼ਾਹ ਤੁਹਾਨੂੰ ਵੇਖ ਕੇ ਸਾਰੇ ਦੰਭੀ ਪਖੰਡੀ ਪਾਪੀ ਜਿਹੜੇ ਐ ਉਹ ਸਾਰੇ ਛੁਪ ਜਾਣੇ ਆ। ਤੁਰਕਾਂ ਦੇ ਰਾਜ ਦੇ ਹਨੇਰੇ ਨੂੰ ਦੂਰ ਕਰ ਦਿਓ ਤਖਤ ਬਣਾ ਕੇ। ਪਾਤਸ਼ਾਹ ਇਹ ਸੰਸਾਰ ਦੇ ਮਜਲੂਮਾਂ ਦੇ ਗਲੋਂ ਗੁਲਾਮੀ ਲਾ ਦਿਓ ਜੀ। ਨਿੰਦਕ ਪੇਚਕ ਦੁਖਦ ਕਰਾਲਾ। ਤੇ ਨਿੰਦਕ ਜਿਹੜੇ ਉੱਲੂਆਂ ਵਰਗੇ ਹੁੰਦੇ ਆ, ਜਿਵੇਂ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਆਪ ਨਿੰਦਕਾਂ ਨੂੰ ਚੰਗੇ ਨਹੀਂ ਲੱਗਦੇ ਹੋ। ਜਹ ਕਹਿ ਸੰਤ ਦਾਸ ਅਰ ਬ੍ਰਿੰਦਾ। ਜਿੱਥੇ ਕਿਥੇ ਤੁਹਾਡੇ ਮਹਾਰਾਜ ਸੰਤਾ ਮਹਾਂਪੁਰਖ ਨਾਮ ਜਪਣ ਵਾਲੇ ਆ, ਉਹ ਤਾਂ ਕਮਲ ਦੇ ਵਰਗੇ ਹੈ। ਤੁਸੀਂ ਸੂਰਜ ਹੋ, ਉਹ ਕਮਲ ਵਰਗੇ ਹੈ। ਜਿਵੇਂ ਕਮਲ ਖਿੜ ਜਾਂਦਾ ਹੈ, ਤੁਹਾਡੇ ਦਰਸ਼ਨ ਕਰਕੇ ਸਿੱਖ ਖਿੜ ਜਾਂਦੇ ਹਨ। ਕਰਹ ਪ੍ਰਫੁੱਲਿਤ ਹਰਖਤ ਬ੍ਰਿੰਦਾ। ਮਹਾਰਾਜ ਤੁਸੀਂ ਚੜ੍ਹ ਕੇ ਸੂਰਜ ਵਾਂਗੂ ਐਨ ਤੇਜ ਪ੍ਰਤਾਪ ਵਰਤਾ ਕੇ ਸੰਤਾਂ ਭਗਤਾਂ ਨੂੰ ਖੁਸ਼ ਕਰ ਦਿਓ, ਜਿਵੇਂ ਸੂਰਜ ਕਮਲ ਨੂੰ ਆਨੰਦ ਦਿੰਦਾ ਹੈ। ਚੰਦ ਚੰਦੂ ਕੀ ਲੈਤਾ ਕਰੋ। ਇਹ ਚੰਦੂ ਜਿਹੜਾ ਚੰਦ ਵਰਗਾ ਹੈ, ਸੂਰ ਚੜੇ ਤੇ ਚੰਦ ਮੁੱਕ ਜਾਂਦਾ ਹੈ, ਭੱਦਾ ਪੈ ਜਾਂਦਾ ਹੈ, ਇਸ ਤਰ੍ਹਾਂ ਛਿਪ ਜਾਂਦਾ ਹੈ। ਪਾਤਸ਼ਾਹ ਜੀ ਸੂਰਜ ਵਾਂਗੂ ਚੜ੍ਹੋ ਤੇ ਚੰਦੂ ਵਰਗੇ ਕਲੰਕੀ ਚੰਦਰਮਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਾਸ਼ ਕਰ ਦਿਓ ਜੀ। ਆਨੰਦ ਗੁਰੂ ਸੁਖ ਚਕਵਨ ਧਰੋ। ਮਹਾਰਾਜ ਤੁਸੀਂ ਗਰੀਬ ਨਵਾਜ ਜਿਵੇਂ ਚਕਵਿਆਂ ਨੂੰ ਸੂਰਜ ਵੇਖ ਕੇ ਚਾਅ ਚੜ੍ਹਦਾ, ਤੁਹਾਨੂੰ ਵੇਖ ਕੇ ਸਿੱਖਾਂ ਨੂੰ ਚਾਅ ਚੜ੍ਹ ਜਾਂਦਾ ਹੈ। ਐਸਾ ਚਾਅ ਸਾਰੇ ਸੰਸਾਰ ਵਿੱਚ ਫੈਲਾ ਦਿਓ ਮਹਾਨ ਤਖਤ ਤੇ ਬੈਠ ਕਰਕੇ। ਕੈਰਵ ਕਾਨਨ ਦੋਖੀ ਜੇਤੇ। ਤੇ ਜਿਹੜੇ ਆ ਕਵੀਆਂ ਦੇ ਫੁੱਲ ਹੁੰਦੇ ਆ, ਉਹ ਕਵੀਆਂ ਦੇ ਫੁੱਲ ਦੀ ਬਗੀਚੀ ਵਰਗੇ ਦੁਸ਼ਟ ਲੋਕ ਨਿੰਦਕ ਤੁਹਾਡੇ ਘਰ ਦੇ ਹਨ। ਬਿਖ ਮੁਰਝਾਏ ਗ੍ਰਹਿੰਗੇ ਤੇਤੇ। ਉਹ ਜਿਵੇਂ ਸੂਰਜ ਨੂੰ ਵੇਖ ਕੇ ਕਵੀਆਂ ਮੁਰਝਾ ਜਾਂਦੀਆਂ, ਮਨਮੁਖ ਲੋਕ ਮਹਾਰਾਜ ਤੁਹਾਡਾ ਤੇਜ ਪ੍ਰਤਾਪ ਸਹਿ ਨਹੀਂ ਸਕਣਗੇ, ਵੇਖ ਕੇ ਮੁਰਝਾ ਜਾਂਦੇ ਹਨ। ਕਹੀ ਜੁਗਤ ਦਿਜ ਕਰ ਚਤੁਰਾਈ। ਬੜੀ ਚਤੁਰਾਈ ਸਿਆਣਪ ਦੇ ਨਾਲੇ ਬ੍ਰਾਹਮਣ ਨੇ ਮਹਾਰਾਜ ਨੂੰ ਬਚਨ ਕੀਤੇ ਹਨ ਚਤੁਰਾਈ ਦੇ ਨਾਲ। ਸੁਣ ਕਰ ਭਏ ਪ੍ਰਸੰਨ ਗੁਸਾਈ। ਇਹ ਬ੍ਰਾਹਮਣ ਦੇ ਜੁਗਤੀ ਦੇ ਸਹਿਤ ਬਚਨ ਸੁਣ ਕੇ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਐ। ਬਰਖਿਓ ਬਖਸ਼ਿਓ ਦਰਬ ਜਿਤਕ ਤਿਸ ਬਾਰਾ। ਤੇ ਮਹਾਰਾਜ ਨੇ ਬ੍ਰਾਹਮਣ ਨੂੰ ਬੇਅੰਤ ਧਨ ਜਿਹੜਾ ਵੈ ਬਖਸ਼ਿਸ਼ ਕਰ ਦਿੱਤਾ ਹੈ, ਜਿਹੜਾ ਦੁਬਾਰਾ ਮੰਗਣਾ ਨਾ ਪਵੇ। ਪੁਨ ਮੰਗਣ ਨਹਿ ਹਾਥ ਪਸਾਰਾ। ਇੰਨਾ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਅਕਾਲ ਤਖਤ ਸਾਹਿਬ ਦੀ ਰਚਨਾ, ਤੇ ਇਹਨੂੰ ਦੁਬਾਰਾ ਕਿਸੇ ਹੋਰ ਅੱਗੇ ਹੱਥ ਨਹੀਂ ਅੱਡਣਾ ਪਿਆ ਹੈ। ਪਿਖ ਪਿਖ ਦਾਸ ਉਦਾਰ ਸੁਭਾਉ। ਜਿਹੜੇ ਸਿੱਖ ਖੜੇ ਹੋਏ ਸੀ ਮਹਾਰਾਜ ਦੇ ਪਾਸ, ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਦੇ ਅਜੇ ਹੁਣੇ ਨਵੇਂ ਸਜੇ ਹਨ ਗੁਰੂ ਨਾਨਕ ਪਾਤਸ਼ਾਹ ਦੇ ਸਿੰਘਾਸਣ ਤੇ। ਸੰਗਤਾਂ ਇਹਨਾਂ ਦਾ ਖੁੱਲ੍ਹਾ ਸੁਭਾਅ ਵੇਖ ਕਰਕੇ, ਜਿਹੜੀਆਂ ਆਈਆਂ ਹੋਈਆਂ ਸੰਗਤਾਂ ਇਹਨਾਂ ਵਿਦੇਸ਼ਾਂ ਦੀਆਂ, ਉਹ ਹਰਗੋਬਿੰਦ ਸਾਹਿਬ ਦੀ ਦਲੇਰ ਦਿਲੀ ਵੇਖ ਕੇ, ਖੁੱਲ੍ਹਾ ਦਰਿਆ ਦਿਲ ਵੇਖ ਕਰਕੇ ਪਾਤਸ਼ਾਹ ਦਾ ਹਿਰਦੇ ਪ੍ਰਮੁਦਤ ਚਾਉ ਗੁਨੋ ਚਾਉ। ਤੇ ਉਹਨਾਂ ਦੇ ਹਿਰਦੇ ਆਨੰਦ ਸਹਿਤ ਹੋ ਗਿਆ ਵੀ ਸਾਡੇ ਪਾਤਸ਼ਾਹ ਬੇਅੰਤ ਗੁਰੂ ਅਰਜਨ ਦੇਵ ਮਹਾਰਾਜ ਪੰਜ ਪਾਤਸ਼ਾਹੀ ਵਾਂਗੂ ਦਿਆਲੂ ਹੈ, ਖੁੱਲ੍ਹੇ ਦਿਲ ਵਾਲੇ ਮਨ ਵਾਲੇ ਹਨ। ਸੰਗਤਾਂ ਦੇ ਮਨ ਵਿੱਚ ਬੜੇ ਚਾਅ ਚੜੇ ਹੈ, ਬੜੇ ਖੁਸ਼ ਹੋਏ ਸਿੱਖ ਸਾਰੇ। ਤਿਸ ਦਿਨ ਕੀ ਪ੍ਰਤੀਖਣਾ ਤਾਰੇ। ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਹਾੜ ਮਹੀਨੇ ਦੀ 10 ਸੁਦੀ ਦੂਜ ਜਿਹੜੀ ਹੈ, 10 ਸੁਦੀ ਹੈ, ਉਹਦੀ ਉਡੀਕ ਹੋਣ ਲੱਗ ਪਈ ਵੀ ਕਦੋਂ ਐਤਵਾਰ ਦਾ ਦਿਨ ਆਵੇ ਤੇ ਨੀਂਹ ਰੱਖੀ ਜਾਵੇ, ਅਕਾਲ ਤਖਤ ਸਾਹਿਬ ਦਾ ਅੱਗੇ ਕਾਰਜ ਆਰੰਭ ਹੋਵੇਗਾ। ਸਰਬ ਵਸਤ ਕਰਵਾਏ ਸਤਿਆਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨੇ ਸਮੇਂ ਵਿੱਚ ਸਾਰੀਆਂ ਵਸਤੂਆਂ, ਸ਼ਸਤਰ ਬਸਤਰ, ਘੋੜਿਆਂ ਦੀਆਂ ਕਾਠੀਆਂ ਤਿਆਰ ਕਰਵਾ ਲਈਆਂ ਨੇ। ਕੇਤਿਕ ਵਸਤ ਬਣਾਏ ਦਿਖਾਵੈ। ਤੇ ਜਦੋਂ ਸਾਧ ਸੰਗਤ ਜੀ ਕਾਰੀਗਰ ਕੋਈ ਸ਼ਸਤਰ ਬਣਾਉਂਦਾ ਹੈ, ਕੋਈ ਕਾਠੀ ਬਣਾ ਲੈਂਦਾ ਨਾ,
ਉਹ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖੁਸ਼ੀ ਨਾਲ ਵਿਖਾਉਣ ਆਉਂਦਾ ਵੀ ਮਹਾਰਾਜ ਵੀ ਆਹ ਵੇਖੋ, ਮੈਂ ਬਹੁਤ ਮਿਹਨਤ ਕਰਕੇ ਇੰਨੇ ਦਿਨਾਂ ਇੰਨੇ ਸਮੇਂ ਵਿੱਚ ਤੇ ਇੰਨੇ ਵਜਨ ਦੀ ਆ ਕਾਠੀ ਬਣਾ ਕੇ ਦਿੱਤੀ ਹੈ। ਸਿਰਜਹਿ ਸੁੰਦਰ ਪਿਖ ਹਰ ਖਾਵੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਣੀ ਹੋਈ ਸੋਹਣੀ ਕਾਠੀ ਵੇਖ ਕੇ, ਘੋੜੇ ਦੀ ਜਾਂ ਸੋਹਣਾ ਸ਼ਾਸਤਰ ਬਣਿਆ ਵੇਖ ਕੇ ਨਾ ਬਹੁਤ ਪ੍ਰਸੰਨ ਹੁੰਦੇ ਹਨ। ਮਿਲ ਆਪਸ ਮਹਿ ਸੋ ਜਸ ਉਚਾਰੈ। ਤੇ ਸਾਰੇ ਸਿੱਖ ਜਿਹੜੇ ਆਪਸ ਵਿੱਚ ਮਿਲ ਕਰਕੇ ਬੜੀ ਸੋਭਾ ਹਰਗੋਬਿੰਦ ਸਾਹਿਬ ਦੀ ਕਰਦੇ ਹਨ। ਧਰ ਸ਼ਰਧਾ ਗੁਰ ਦਰਸ ਨਿਹਾਰੈ। ਸ਼ਰਧਾ ਰੱਖ ਰੱਖ ਕੇ ਸੰਗਤਾਂ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਰਹੀਆਂ ਨੇ। ਸੁੰਦਰ ਡੀਲ ਸੁਸ਼ੀਲ ਉਚਾਰਤ। ਜਿਹੜਾ ਹਜ਼ੂਰ ਦੇ ਦਰਸ਼ਨ ਕਰਨ ਜਾਂਦਾ ਵੇਖ ਕੇ ਹੈਰਾਨ ਹੋ ਜਾਂਦਾ ਹੈ, ਐਡਾ ਸੁੰਦਰ ਸਰੀਰ, ਇੰਨੀ ਥੋੜ੍ਹੀ ਉਮਰ ਵਿੱਚ ਐਡਾ ਕੱਦ ਕਾਠ, ਐਨ ਹਾਥੀ ਵਾਂਗੂ ਡੌਲ ਡੀਲ ਸਰੀਰ ਵੇਖ ਕੇ ਸੰਗਤਾਂ ਬੜੀਆਂ ਖੁਸ਼ ਹੁੰਦੀਆਂ ਤੇ ਇੱਕ ਦੂਜੇ ਨੂੰ ਦੱਸਦੀਆਂ ਹਨ, ਸੋਭਾ ਗਾਉਂਦੀਆਂ ਹਨ। ਆਯੁਧ ਪਹਿਰ ਮਹਾਦੁਤ ਤਾਰਤ। ਤੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਸਤਰ ਪਹਿਨਣਗੇ ਤੇ ਹੋਰ ਵੀ ਇਹਨਾਂ ਦੀ ਸੋਭਾ ਬਣੇਗੀ, ਕਿਉਂ ਕੱਦ ਕਾਠ ਬਹੁਤ ਹੈ। ਸੰਗਤਾਂ ਇਸ ਤਰ੍ਹਾਂ ਦੇ ਬਚਨ ਕਰਦੀਆਂ। ਜਦੋਂ ਘੋੜੇ ਤੇ ਸੱਜਣਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸ਼ਸਤਰ ਪਹਿਨਣਗੇ, ਕਲਗੀਆਂ ਲਾਉਣਗੇ ਗਰੀਬ ਨਵਾਜ, ਤੇ ਕਿੰਨੀ ਸੋਭਾ ਹੋਵੇਗੀ ਇਹਨਾਂ ਦੀ, ਤਾਂ ਪ੍ਰਤਾਪ ਹੋਣੀ ਮਾਣ ਨਹੀਂ ਹੈ। ਤਖਤ ਤੇ ਬੈਠੇ ਸਾਡੇ ਪਾਤਸ਼ਾਹ ਕਿੱਡੇ ਸੋਭਾ ਪਾਵਣਗੇ। ਮਨ ਸਿੱਖਣ ਕੇ ਪ੍ਰੇਮ ਉਪਾਵੈ। ਸਿੱਖਾਂ ਦੇ ਮਨ ਵਿੱਚ ਬੜਾ ਪ੍ਰੇਮ ਪੈਦਾ ਕਰਨਗੇ, ਜੋ ਦੇਖੇਗਾ ਦੇਖਦਾ ਰਹਿ ਜਾਵੇਗਾ। ਵਿਕਸਤ ਮੰਦ ਮੰਦ ਦਰਸਾਵੈ। ਮਹਾਰਾਜ ਦੇ ਦਰਸ਼ਨ ਹੋਣਗੇ, ਧੀਰੇ ਧੀਰੇ ਮੰਦਾ ਮੰਦਾ ਮਹਾਰਾਜ ਹੱਸਦੇ ਹੋਣਗੇ, ਤਖਤ ਤੇ ਸਜੇ ਹੋਏ ਬੇਅੰਤ ਸੋਭਾ ਪਾਵਣਗੇ। ਸਭ ਚਾਹਤ ਦਿਨ ਹੋਏ ਸੁਨੀਕਾ। ਕਵੀ ਜੀ ਕਹਿੰਦੇ ਸੰਗਤਾਂ ਉਡੀਕਣ ਲੱਗੀਆਂ ਵੀ ਕਦੋਂ ਉਹ ਮਿਥਿਆ ਹੋਇਆ ਦਿਨ ਪਹੁੰਚ ਜਾਵੇਗਾ। ਐਤਵਾਰ ਦਾ ਦਿਨ, ਹਾੜ ਦੇ ਮਹੀਨੇ 10 ਸੁਦੀ ਦਾ ਕਦੋਂ ਆਵੇਗਾ। ਬੈਠ ਗੁਰੂ ਨਿਕਸਾਵਹਿ ਟੀਕਾ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਦੇ ਪਾਸ ਬੈਠੇ ਹੋਣਗੇ, ਜਾਂ ਬਾਬਾ ਸਾਹਿਬ ਜੀ ਪਾਸ ਬੈਠੇ ਹੋਣਗੇ, ਤੇ ਹਰਗੋਬਿੰਦ ਸਾਹਿਬ ਦੇ ਸੀਸ ਤੇ ਟਿੱਕਾ ਨਿਕਲੇਗਾ, ਗੁਰਿਆਈ ਦਾ ਤਿਲਕ ਫੱਬੇਗਾ ਪਿਆ। ਸ਼ਸਤਰ ਸਜਾਏ ਬਿਰਾਜਹਿ ਖਰੇ। ਕਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਸਤਰ ਸਜਾਉਣਗੇ ਤੇ ਸ਼ਸਤਰ ਸਜਾ ਕੇ ਬੈਠਣਗੇ, ਤੇ ਜਿਹੜੇ ਸੈਨਿਕ ਹੋਣਗੇ, ਜੰਗੀ ਯੋਧੇ, ਬਾਬਾ ਬਿਧੀ ਚੰਦ ਵਰਗੇ, ਉਹ ਬਰਸ਼ੇ ਫੜ ਫੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਲਾਗੇ ਖੜੇ ਹੋਣਗੇ। ਕਦੋਂ ਇਹੋ ਜਿਹੇ ਅਸੀਂ ਦਰਸ਼ਨ ਕਰਾਂਗੇ। ਸੰਗਤਾਂ ਉਡੀਕਣ ਲੱਗੀਆਂ ਹਨ। ਦੁਸ਼ਟ ਜੇ ਦੋਖੀ ਗਣ ਕੋ ਹਰੇ। ਹਾਂ, ਜਿੰਨੇ ਦੁਸ਼ਟ ਹੈ, ਪਾਪੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ, ਉਹ ਸਾਰੇ ਦੋਖੀਆਂ ਨੂੰ ਕਿਵੇਂ ਮਹਾਰਾਜ ਮਾਰਨਗੇ, ਕਿਵੇਂ ਨਾਸ਼ ਹੋਵੇਗਾ ਜ਼ੁਲਮੀਆਂ ਪਾਪੀਆਂ ਦਾ। ਸੰਗਤ ਵਿਚਾਰਦੀ ਵੀ ਕਿਹੜਾ ਸਮਾਂ ਸੁਭਾਗਾ ਆਵੇਗਾ ਜਦੋਂ ਇਹੋ ਜਿਹੇ ਦਿਨ ਵੇਖਾਂਗੇ। ਦੋਹਰਾ ਸਿੱਖਣ ਵਿਖੈ ਆਨੰਦਤਾ। ਕਵੀ ਜੀ ਕਹਿੰਦੇ ਸਿੱਖਾਂ ਦੇ ਵਿੱਚ ਬੜਾ ਆਨੰਦ ਹੈ, ਬੜਾ ਉਤਸ਼ਾਹ ਹੋ ਰਿਹਾ। ਸੰਗਤਾਂ ਜੁੜੀ ਜਾਂਦੀਆਂ ਹਰਿਮੰਦਰ ਸਾਹਿਬ ਤੇ ਬੜੀ ਖੁਸ਼ੀ ਹੋ ਰਹੀ ਹੈ। ਸਾਰੇ ਗੁਰੂ ਘਰ ਦੇ ਕਾਰਜ, ਇੱਕ ਨਵੀਂ ਜੰਗ ਦੀ ਰੀਤ ਸ਼ੁਰੂ ਹੋ ਰਹੀ ਹੈ। ਜਿਮ ਰਾਵਤੀ ਔਰ ਬ੍ਰਿੰਦ। ਜਿਵੇਂ ਕਮਲਾਂ ਨੂੰ ਸੂਰਜ ਤੋਂ ਆਨੰਦ ਪ੍ਰਾਪਤ ਹੁੰਦਾ, ਖਿੜ ਜਾਂਦੇ ਸੂਰਜ ਵੇਖ ਵੇਖ ਕੇ, ਸੂਰਜ ਦੀ ਸ਼ੋਭਾ ਜਾਣਦਾ ਕਮਲ। ਸਿੱਖ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਤਾਪ ਵੇਖ ਵੇਖ ਕੇ ਖੁਸ਼ ਹੋ ਜਾਂਦੇ ਹੈ। ਕਿਆ ਕਰ ਹੈ ਕਿਮ ਹੋਏ ਹੈ। ਇਹ ਕੁਝ ਸਿੱਖਾਂ ਦੀ ਗੱਲ ਹੈ, ਸਿੱਖ ਤਾਂ ਖੁਸ਼ ਹੋਈ ਜਾਂਦੇ ਹੈ। ਇਹਦਾ ਅਨਵੇਂ ਅਰਥ ਹੋਊਗਾ ਚਿੰਤ ਮਸੰਦ ਬਿਲੰਦ ਕਿਆ ਕਰ ਹੈ ਕਿਮ ਹੋਏ ਹੈ। ਜਿਹੜੇ ਸਿੱਖ ਹੈ ਸਾਧ ਸੰਗਤ ਜੀ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯੁੱਧ ਦੀ ਤਿਆਰੀ ਵੇਖ ਕੇ ਬੜੇ ਖੁਸ਼ ਹੁੰਦੇ ਆ। ਪਰ ਜਿਹੜੇ ਮਸੰਦ ਸੀਗੇ ਵਿਚਾਰੇ ਸੇਵਾ ਘੱਟ ਕਰਦੇ ਸਨ ਤੇ ਗੁਰੂ ਕੀ ਮਾਇਆ ਸ਼ਕਸ਼ਕਾ ਛੱਡਦੇ ਸੀ, ਚੋਰੀ ਛੁਪੇ। ਉਹਨਾਂ ਨੂੰ ਲੜਨਾ ਔਖਾ, ਅੱਜ ਵੀ ਔਖਾ। ਜਿਹੜਾ ਸਾਧ ਸੰਗਤ ਜੀ ਮਾਇਆ ਖਾਂਦਾ ਹੈ, ਉਹ ਜਿਵੇਂ ਬਾਬਾ ਅਤਰ ਸਿੰਘ ਜੀ ਨਾ, ਮਸਤੂਆਣੇ ਵਾਲੇ ਮਹਾਂਪੁਰਖ, ਕਹਿੰਦੇ ਸਾਧ ਸੰਗਤ ਜੀ ਇੱਕ ਵਾਰੀ ਕਥਾ ਕਰਦੇ ਪਏ ਸੀ। ਉਹ ਉਦੋਂ ਅੰਗਰੇਜ਼ਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਇਹ ਮੁਹਿੰਮ ਚੱਲਦੀ ਸੀ। ਮੋਰਚੇ ਲੱਗਦੇ ਸੀ, ਜਿਹਨੂੰ ਚਾਬੀਆਂ ਵਾਲੇ ਮੋਰਚੇ ਵੀ ਕਹਿ ਦਿੰਦੇ। ਮਹੰਤਾਂ ਤੋਂ ਗੁਰੂ ਘਰ ਜਦੋਂ ਸਿੱਖ ਲਹਿਰ ਆਜ਼ਾਦ ਕਰਵਾ ਰਹੀ ਸੀ, ਤੇ ਉਹ ਵਿੱਚ ਆਜ਼ਾਦੀ ਦਾ ਵੀ ਇਹ ਚੱਲ ਰਿਹਾ ਸੀ। ਉਦੋਂ ਭਾਰਤ ਦੇਸ਼ ਗੁਲਾਮ ਸੀ, ਤੇ ਸਿੱਖਾਂ ਗੁਰਦੁਆਰੇ ਯਾਦ ਕਰਾਉਣ ਵਾਸਤੇ ਸੰਘਰਸ਼ ਕੀਤਾ। ਉਹਨਾਂ ਦਿਨਾਂ ਦੀ ਗੱਲ ਹੈ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਨਾਲ ਕਥਾ ਕਰੀ ਜਾਣ ਸਟੇਜ ਤੇ ਕਿਤੇ ਮੋਰਚਾ ਫਤਿਹ ਹੋ ਗਿਆ ਲੱਗਾ ਸੀ ਜਿਹੜਾ ਪੁਰਾਣਾ, ਤੇ ਕਿਸੇ ਸਿੱਖ ਨੇ ਨਾ
ਪਿੱਛੋਂ ਦੀ ਆ ਕੇ ਸਟੇਜ ਥਾਣੀ ਤੇ ਬਾਬਾ ਅਤਰ ਸਿੰਘ ਸਾਹਿਬ ਦੇ ਕੰਨ 'ਚ ਆਖਿਆ ਵੀ ਬਾਬਾ ਜੀ ਵੀ ਇਹ ਵੀ ਮਾੜਾ ਜਿਹਾ ਸੰਗਤ ਨੂੰ ਦੱਸ ਦਿਓ ਵੀ ਆਪਾਂ ਫਲਾਣਾ ਮੋਰਚਾ ਜਿੱਤ ਲਿਆ, ਜਿਹੜਾ ਸਾਰਾ ਜਿਹੜਾ ਗੁਰੂ ਘਰਾਂ ਆਜ਼ਾਦ ਹੋ ਗਏ, ਜਿੰਨੇ ਮਹੰਤਾਂ ਤੋਂ ਗੁਰੂ ਘਰ ਨੇ, ਅਤੇ ਉਹ ਆਪਾਂ ਪਾਪੀਆਂ ਦੇ ਕਬਜ਼ੇ ਤੋਂ ਛੁਡਾ ਲਏ ਹੈ। ਬਾਬਾ ਅਤਰ ਸਿੰਘ ਸਾਹਿਬ ਜੀ ਉਹ ਫਿਰ ਕਥਾ ਕਰਦੇ ਕਰਦੇ ਫਿਰ ਕਹਿਣ ਲੱਗੇ ਵੀ ਸਾਧ ਸੰਗਤ ਜੀ ਵੀ ਹੁਣ ਗੁਰੂ ਘਰ ਜਿਹੜੇ ਆ ਉਹ ਆਪਾਂ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਦਇਆ ਕੀਤੀ ਹੈ, ਸਾਰੇ ਗੁਰੂ ਘਰ ਜਿਹੜੇ ਆਜ਼ਾਦ ਹੋ ਚੁੱਕੇ ਹੈ। ਅਤੇ ਫਿਰ ਐਂ ਗਣਾਉਣ ਲੱਗ ਪਏ ਹੁਣ ਅਸੀਂ ਪ੍ਰਕਾਸ਼ ਕਰਿਆ ਕਰਾਂਗੇ, ਸਾਡੇ ਸਿੱਖ ਅਸੀਂ ਪ੍ਰਕਾਸ਼ ਕਰਿਆ ਕਰਾਂਗੇ, ਅਸੀਂ ਮਹਾਰਾਜ ਨੂੰ ਚੌਰ ਸਾਹਿਬ ਕਰਿਆ ਕਰਾਂਗੇ, ਅਸੀਂ ਰੁਮਾਲੇ ਬਦਲਿਆ ਕਰਾਂਗੇ। ਉਦੋਂ ਜਾਤੀ ਦਾ ਬੜਾ ਵਿਤਕਰਾ ਪਾ ਦਿੱਤਾ ਸੀ ਮਹੰਤਾਂ ਦੇ ਸਮੇਂ, ਅਤੇ ਜਿਹੜੇ ਚੰਗੇ ਸਿੱਖ ਸੀ ਨਹੀਂ ਵੜਨ ਦਿੰਦੇ ਸੀ, ਮਨ ਮਰਜ਼ੀਆਂ ਕਰਦੇ ਹੈ, ਬਦਮਾਸ਼ੀਆਂ ਕਰਦੇ ਸੀ, ਗੁਰੂ ਘਰਾਂ ਵਿੱਚ ਬਦਫੈਲੀਆਂ ਕਰਦੇ ਸਨ, ਵਿਸ਼ੇ ਭੋਗਦੇ, ਸ਼ਰਾਬ ਦਾ ਦਾਰੂ ਆਦਿਕ ਪੀਂਦੇ ਸਨ। ਤੋ ਜਦੋਂ ਇਹੋ ਜਿਹਾ ਉਹ ਮੋਰਚਾ ਫਤਿਹ ਹੋਣ ਤੋਂ ਬਾਅਦ ਚਲੋ ਬਾਬਾ ਅਤਰ ਸਿੰਘ ਜੀ ਕਹਿਣ ਲੱਗ ਪਏ ਵੀ ਹੁਣ ਅਸੀਂ ਪ੍ਰਕਾਸ਼ ਕਰਿਆ ਕਰਾਂਗੇ, ਅਸੀਂ ਮਹਾਰਾਜ ਦੇ ਲੰਗਰਾਂ ਦੀ ਸੇਵਾ ਕਰਿਆ ਕਰਾਂਗੇ। ਉਹ ਕਾਫੀ ਗਣਾ ਕੇ ਅਤੇ ਮਗਰੋਂ ਕਹਿਣ ਲੱਗੇ ਵੀ ਹੁਣ ਅਸੀਂ ਗੋਲਕ ਵੀ ਅਸੀਂ ਖੋਲ੍ਹਿਆ ਕਰਾਂਗੇ। ਅਤੇ ਇਹ ਕਹਿ ਕੇ ਨਾ ਅਤੇ ਭੁੱਬਾਂ ਮਾਰ ਕੇ ਸਟੇਜ 'ਤੇ ਰੋਣ ਲੱਗ ਗਏ। ਅਤੇ ਕਿਸੇ ਬਾਅਦ ਵਿੱਚ ਸਿੱਖ ਨੇ ਉੱਥੇ ਹੀ ਪੁੱਛਿਆ ਵੀ ਤੁਸੀਂ ਵੀ ਇਹ ਕਿਉਂ ਰੋਣ ਲੱਗ ਪਏ? ਅਤੇ ਉਹ ਬਾਬਾ ਅਤਰ ਸਿੰਘ ਜੀ ਕਹਿੰਦੇ ਵੀ ਹੁਣ ਅਸੀਂ ਗੋਲਕਾਂ ਖੋਲ੍ਹਾਂਗੇ ਅਤੇ ਗੋਲਕਾਂ ਦੀ ਮਾਇਆ ਸਾਡੀ ਮੱਤ ਮਾਰੇਗੀ, ਅਸੀਂ ਹੁਣ ਮਸੰਦ ਬਣਾਂਗੇ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਗੁੜ ਪਾ ਪਾ ਕੇ ਸਾੜਿਆ ਸੀ। ਇਹ ਬਾਬਾ ਅਤਰ ਸਿੰਘ ਦੇ ਬਚਨ ਹੈ ਵੀ ਉਹ ਵੇਖੋ ਕਿਹੋ ਜਿਹਾ ਸਾਧੂ ਹੋਵੇਗਾ, ਵੀ ਕਿੰਨਾ ਦਿਵ ਦ੍ਰਿਸ਼ਟ ਸੀ ਵੀ ਅੱਜ ਦਾ ਸਮਾਂ ਦੱਸ ਹੀ ਦਿੱਤਾ, ਹੁਣ ਝਗੜਾ ਕਾਹਦਾ? ਗੋਲਕਾਂ ਦੇ ਝਗੜੇ ਆ ਨਾ ਸਾਰੇ, ਵੱਡਿਆਂ ਛੋਟਿਆਂ ਸਾਰਿਆਂ ਸਥਾਨਾਂ 'ਤੇ ਚੌਧਰ ਦਾ ਰੌਲਾ ਹੈ, ਗੋਲਕ ਦਾ ਰੌਲਾ ਹੈ। ਮਾਇਆ ਇੰਨੀ ਪ੍ਰਬਲ ਹੈ ਵੀ ਉਹ ਅੱਗੇ ਮਸੰਦ ਉਹ ਮੰਤ ਖਾਂਦੇ ਸੀ, ਉਹ ਉਵੇਂ ਦੇ ਹੋ ਗਏ। ਅਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਵੀ ਉਹ ਠੀਕ ਹੈ ਆਜ਼ਾਦ ਹੋ ਗਏ ਗੁਰੂ ਘਰ ਅਤੇ ਸਾਰਾ ਪ੍ਰਬੰਧ ਵੀ ਸਾਂਭਾਂਗੇ, ਹੁਣ ਅਸੀਂ ਗੋਲਕਾਂ ਵੀ ਖੋਲ੍ਹਿਆ ਕਰਾਂਗੇ। ਅਤੇ ਰੋ ਕੇ ਮੁੜ ਕੇ ਦੱਸਦੇ ਕਹਿੰਦੇ ਵੀ ਹੁਣ ਇਹ ਗੋਲਕਾਂ ਦੀ ਮਾਇਆ ਸਾਡੀ ਮੱਤ ਮਾਰੇਗੀ, ਹੁਣ ਸਾਡੀਆਂ ਪੱਗਾਂ ਲੈਣ ਕਰਨਗੀਆਂ ਗੁਰੂ ਘਰਾਂ ਦੇ ਵਿੱਚ। ਤਾਂ ਉਹ ਬਚਨ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਤੋ ਉਹ ਰਹੋ ਵਿਚਾਰ ਵੀ ਜਿਹੜੇ ਤਾਂ ਕੋਈ ਵਿਚਾਰੇ ਰੁੱਖੀ ਮਿੱਸੀ ਖਾਣ ਵਾਲੇ ਸਿੱਖ ਸੀਗੇ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਾਮੀ 'ਚ ਹਾਮੀ ਭਰੀ ਵੀ ਪਾਤਸ਼ਾਹ ਪ੍ਰਵਾਹ ਨਾ ਕਰੋ, ਮਰ ਜਾਵਾਂਗੇ ਤੁਹਾਡੇ ਨਾਲ, ਆ ਜਿਨ੍ਹਾਂ ਦੇ ਘਰਾਂ 'ਚ ਖਾਣ ਨੂੰ ਦਾਣੇ ਨਹੀਂ ਸਨ। ਮਸੰਦ ਅਮੀਰ ਬਹੁਤ ਸੀ ਸਾਧ ਸੰਗਤ ਜੀ, ਕਿਉਂਕਿ ਮਾਇਆ ਗੁਰੂ ਸਾਹਿਬ ਬਖਸ਼ਦੇ ਹੀ ਬੜੀ ਸੀ ਇਹਨਾਂ ਨੂੰ ਵੀ ਚਲੋ ਸੇਵਾ ਲੈ ਕੇ ਆਉਂਦੇ ਆ। ਇਹ ਅਮੀਰ ਸਨ, ਘਰੋਂ ਧਨਾੜ ਸਨ। ਜਿੱਥੇ ਧਨਾੜ ਸਨ ਫਿਰ ਜਦੋਂ ਸਾਧ ਸੰਗਤ ਜੀ ਇਹ ਮਨੁੱਖ ਦੀ ਫਿਤਰਤ ਹੈ, ਜਿੰਨੀਆਂ ਵੀ ਸਾਧ ਸੰਗਤ ਜੀ ਇਨਕਲਾਬ ਉੱਠੇ ਆ, ਜਿੰਨੀਆਂ ਵੀ ਗੁਲਾਮੀ ਦੀਆਂ ਜੰਜੀਰਾਂ ਜਿਨ੍ਹਾਂ ਤੋੜੀਆਂ, ਉਹਨਾਂ ਭੁੱਖ ਬਹੁਤ ਵੇਖੀ ਹੈ। ਉਹ ਭੁੱਖੇ ਜਿਹੜੇ ਬਿਲਕੁਲ ਭੁੱਖੇ ਮਰਦੇ ਸੀ ਸਾਧ ਸੰਗਤ ਜੀ, ਵੱਡੇ ਵੱਡੇ ਜਰਵਾਣਿਆਂ ਦੇ ਤਖਤ ਉਹਨਾਂ ਵੀ ਪਲਟ ਲਿਆ। ਤੁਸੀਂ ਪਿੱਛੇ ਇਤਿਹਾਸ ਫਰੋਲ ਕੇ ਵੇਖ ਲਓ। ਅਤੇ ਉਹ ਵੇਖੋ ਵੀ ਜਦੋਂ ਆਪਣੇ ਸਾਰੇ ਸਿੱਖਾਂ ਦਾ ਸੁਭਾਅ ਆ, ਜਦੋਂ ਸਹੂਲਤਾਂ ਆ ਜਾਂਦੀਆਂ ਨਾ ਬਹੁਤੀਆਂ, ਉਦੋਂ ਫਿਰ ਨਕਾਰਾ ਹੋ ਜਾਂਦਾ ਸਰੀਰ, ਇਹ ਸੁਤੇ ਸਿੱਧ ਹੀ ਹੈ। ਅਤੇ ਇਸ ਤਰ੍ਹਾਂ ਉਹ ਸਮਾਂ ਜਿਹੜਾ ਵਾ ਉਹੋ ਜਿਹਾ ਬਣ ਜਾਂਦਾ, ਫਿਰ ਸਰੀਰ ਉਹੋ ਜਿਹੇ ਹੋ ਜਾਂਦੇ, ਫਿਰ ਸਹੂਲਤਾਂ ਪਿਆਰੀਆਂ ਲੱਗਣ ਲੱਗ ਜਾਂਦੀਆਂ। 1984 ਵੇਲੇ ਜਿਹੜੇ ਸਿੱਖ ਤਾਂ ਇੱਧਰ ਆਪਣੇ ਤਾਂ ਮਾਹੌਲ ਪੰਜਾਬ ਦਾ ਹੋਰ ਹੈ, ਇਹਨਾਂ ਸ਼ਾਸਤਰ ਲੈ ਲਏ ਸੀ। ਬਾਬਾ ਜਰਨੈਲ ਸਿੰਘ ਸਾਹਿਬ ਜੀ ਆਖਿਆ ਵੀ ਭਾਈ ਕੋਈ ਸਮੇਂ ਦਾ ਪਤਾ ਨਹੀਂ ਹੈ, ਜੇ ਕੋਈ ਗੱਲ ਬਣ ਗਈ ਤਾਂ ਆਪਦੀ ਤਿਆਰੀ ਰੱਖੋ, ਪੂਰੀ ਸ਼ਾਂਤੀ ਵੀ ਰੱਖੋ, ਤਿਆਰੀ ਵੀ ਰੱਖੋ, ਅਤੇ ਸਹੂਲਤਾਂ ਨਾ ਵੀ ਘਰੇ ਜੇ ਛੱਤ ਥੱਲੇ ਸੌਂਦੇ ਤਾਂ ਕੁੱਲੀ 'ਚ ਸੌਂ ਜਾਓ, ਕੁੱਲੀ 'ਚ ਸੌਂਦੇ ਹੋ ਅਤੇ ਅਰੜੇ 'ਤੇ ਆ ਜਾਓ। ਜੇ ਪੂਰੀ ਖਾਂਦੇ ਹੋ ਤਾਂ ਅੱਧੀ ਖਾ ਲਓ, ਅੱਧੀ ਨਹੀਂ, ਅੱਧੀ ਵੀ ਨਾ ਖਾਓ ਚਾਹੇ, ਪਰ ਸ਼ਾਸਤਰ ਜ਼ਰੂਰ ਰੱਖੋ, ਹਥਿਆਰ। ਉਹ ਬਚਨ ਕਹੇ ਸਨ। ਅਤੇ ਜਿਹੜੇ ਦਿੱਲੀ ਵਾਲੀ ਸੰਗਤ ਸੀ ਨਾ, ਇਹ ਟਿਚਰਾਂ ਕਰਦੇ ਹੁੰਦੇ ਸੀ, ਕਹਿੰਦੇ ਲੈ ਇੱਥੇ ਡੈਮੋਕਰੇਸੀ ਹੈ, ਲੋਕਤੰਤਰ ਹੈ, ਲੋਕਤੰਤਰ 'ਚ ਵੀ ਕਦੇ ਐਂ ਹੋਇਆ। ਅਤੇ 6 ਲੱਖ ਫੌਜ ਸਾਧ ਸੰਗਤ ਜੀ ਇਕੱਲੇ ਹਰਿਮੰਦਰ ਸਾਹਿਬ ਦੇ ਲਾਗੇ ਪੰਜਾਬ 'ਚ ਲੱਗੀ, 6 ਲੱਖ ਫੌਜ। ਅਤੇ 6 ਲੱਖ ਫੌਜ ਨੇ ਉਹ ਹਰਿਮੰਦਰ ਸਾਹਿਬ 'ਤੇ ਕਿੰਨੀ 2-2.5 ਲੱਖ ਫੌਜ ਚੜ੍ਹੀ, ਅੰਦਰ ਸਿਰਫ 125, 30, 150 ਸਿੱਖ ਸੀ ਕੇਵਲ, ਵੱਧ ਤੋਂ ਵੱਧ 200 ਹੋਊਗਾ ਹਥਿਆਰਬੰਦ ਜਿਹੜਾ ਸੀ। ਅਤੇ 2.5 ਲੱਖ ਫੌਜ ਜਿੰਨੀ ਚੜ੍ਹੀ ਹਰਿਮੰਦਰ ਸਾਹਿਬ, ਅਤੇ ਉਹ 2.5 ਲੱਖ ਫੌਜ ਨੇ ਟੈਂਕਾਂ ਤੋਪਾਂ ਲੈ ਕੇ ਚੜ੍ਹਾਈ ਕੀਤੀ। ਅਤੇ ਅੰਦਰ ਅਗਲਿਆਂ ਕੋਲ ਸ਼ਾਸਤਰ ਸੀਗੇ,
ਉਹਨਾਂ ਫਿਰ ਚਬਾਏ ਲੋਹੇ ਦੇ ਚਣੇ। 17,000 ਇਹ ਸਰਕਾਰੀ ਅੰਕੜੇ ਦੱਸਦੇ ਆ ਬਲੂ ਸਟਾਰ ਦੀ ਕਿਤਾਬ ਵੀ ਖਦਸ਼ਾ ਹੈ ਵੀ 15-17,000 ਤੋਂ ਲੈ ਕੇ 40,000 ਤੱਕ ਸ਼ਾਸਤਰਧਾਰੀ ਇਹਨਾਂ 125 ਸਿੱਖ ਨੇ ਸਾਧ ਸੰਗਤ ਜੀ ਚਮਕੌਰ ਦੀ ਗੜੀ ਵਿਖਾ ਦਿੱਤੀ ਵੀ ਕਿਤੇ ਭੁੱਲ ਨਾ ਜਾ ਵੀ ਖਰੇ ਅੱਜ ਕਹਿ ਦਿੰਦੇ ਨੇ ਜੀ ਤਾਂ ਪੁਰਾਣੀਆਂ ਗੱਲਾਂ ਨੇ। ਤੇ ਉਹਨਾਂ ਸਿੰਘਾਂ ਨੇ ਚਮਕੌਰ ਦੀ ਕੱਚੀ ਗੜੀ ਫਿਰ ਵਿਖਾ ਦਿੱਤੀ ਸੀ ਇੱਥੇ ਅੰਮ੍ਰਿਤਸਰ ਸਾਹਿਬ ਦਰਾ ਕੇ ਵੀ ਅਸੀਂ ਉਹਦੇ ਸਿੰਘ ਹਾਂ ਜਿਹਨੇ ਚਮਕੌਰ ਦੀ ਕੱਚੀ ਗੜੀ 'ਚੋਂ ਨਾਲ ਸੀ ਸੱਚੇ ਪਾਤਸ਼ਾਹ ਤੇ 40 ਨਾਲ ਲੜਾ ਦਿੱਤੇ। 21 ਲੱਖ 22-23 ਲੱਖ ਫੌਜ ਦੇ ਬਰਾਬਰ ਠੱਲ ਦਿੱਤੇ ਸਨ। ਤੇ ਉਹ ਚਮਕੌਰ ਦੀ ਗੜੀ ਦਾ ਇਤਿਹਾਸ ਦੁਬਾਰਾ ਦੁਹਰਾ ਦਿੱਤਾ ਕੇਵਲ 125 ਸਿੰਘ ਨੇ। ਤੇ ਜਿਨ੍ਹਾਂ ਬਚਨ ਮੰਨਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵੀ ਸ਼ਾਸਤਰਧਾਰੀ ਹੋਵੋ। ਦਿੱਲੀ ਵਾਲੀ ਸੰਗਤ TV ਲੈ ਲਾ, ਫਰਿੱਜ ਲੈ ਲਾ, ਮਹਿੰਗੀਆਂ ਗੱਡੀਆਂ ਲੈ ਲਾ, ਕਲੱਬਾਂ ਪੱਬਾਂ ਜਾ ਕੇ ਸ਼ਰਾਬ ਪੀ ਲਓ। ਤੇ ਜਦੋਂ ਇੰਦਰਾ ਗਾਂਧੀ ਚੜ੍ਹਾਈ ਕੀਤੀ ਮਾਰੀ ਹੈ ਉਦੋਂ ਸਾਧ ਸੰਗਤ ਜੀ ਫਿਰ ਨਵੰਬਰ ਸਭ ਜਾਣਦੇ ਵੀ 1984 'ਚ ਕੀ ਹੋਇਆ। ਉਹਨਾਂ ਦੀਆਂ ਜਿਹੜੇ TV ਫਰਿੱਜਾਂ ਨੂੰ ਪਿਆਰ ਕਰਨ ਵਾਲੇ ਸੀ ਨਹੀਂ ਜੀ ਸੁੱਖ ਸਹੂਲਤ ਚਾਹੀਦੀ ਆ ਸ਼ਾਸਤਰ ਕੀ ਕਰਨਾ। 6 ਦਿਨ ਉਹਨਾਂ ਦੀਆਂ ਬਹੁ ਬੇਟੀਆਂ ਚੌਂਕਾਂ 'ਚ ਸਾਧ ਸੰਗਤ ਜੀ ਇਹਨਾਂ ਨੇ ਬੇਪਰਦ ਕਰਕੇ ਠੱਲ ਛੱਡੀਆਂ ਸਨ ਇਸੇ ਹਕੂਮਤ ਨੇ। ਤੇ ਜਿਨ੍ਹਾਂ ਠੱਲੀਆਂ ਉਹਨਾਂ ਕਦੇ ਕੁੱਤੀ ਦੇ ਸੋਟੀ ਨਹੀਂ ਸੀ ਮਾਰੀ ਰਕਸ਼ਿਆਂ ਵਾਲਿਆਂ ਨੇ। ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰੋਂ ਸਵੇਰੇ ਸ਼ਾਮ ਪ੍ਰਸ਼ਾਦਾ ਛਕਦੇ ਸਨ ਉਹ ਸਵੇਰੇ ਸ਼ਾਮ ਪ੍ਰਸ਼ਾਦਾ ਛਕਣ ਵਾਲੇ ਕਿਰਤ ਕਣਾ ਨੇ ਜਿਹੜੇ ਘਰ ਚੋਂ ਖਾਧਾ ਤੇ ਉਹਨੂੰ ਹੀ ਵੱਢਿਆ। ਸ਼ਹੀਦਗੰਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸਥਾਨ ਵੀ ਸਾੜ ਦਿੱਤਾ ਸੀ। ਉਹ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਇਹਨਾਂ ਦੇ ਤਿਲਕ ਤੇ ਜੰਝੂ ਦੀ ਰਾਖੀ ਕੀਤੀ। ਇਹ ਅਕਿਰਤ ਕਣਾ ਦਾ ਦੇਸ਼ ਹੈ। ਫਿਰ ਉਹ ਇਹੋ ਜਿਹਾ ਸਮਾਂ ਬਣਿਆ ਵੀ ਜਿਨ੍ਹਾਂ ਨੇ ਕੁੱਤੀ ਦੇ ਸੋਟੀ ਨਹੀਂ ਮਾਰੀ ਸੀ ਉਹਨਾਂ 30-35 ਸਿੱਖ ਸ਼ਹੀਦ ਕਰਤਾ ਦਿੱਲੀ 'ਚ। ਤੇ ਜਿਨ੍ਹਾਂ ਕੋਲ ਟੈਂਕ ਤੋਪ ਸਨ ਉਹਨਾਂ ਨੂੰ 125 ਵੀ ਔਖਾ ਹੋ ਗਿਆ। ਸ਼ਾਸਤਰ ਵਿੱਚ ਸਾਧ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਸਵੈਮ ਰਹਿੰਦੇ ਹੈ। ਮਹਾਰਾਜ ਦਾ ਵਾਸਾ ਹੈ ਸ਼ਾਸਤਰ ਦੇ ਵਿੱਚ। ਬਾਬਾ ਗੁਰਬਖਸ਼ ਸਿੰਘ ਨੂੰ ਰਾਮਕੋਰੀ ਜਿਨ੍ਹਾਂ ਦਾ ਇਤਿਹਾਸ ਸੁਣਾਇਆ ਆਪਾਂ ਸੁਣ ਰਹੇ ਇਹਨਾਂ ਨੂੰ ਸ਼ਾਸਤਰ ਹੀ ਦਿੱਤਾ ਸੀ ਮਹਾਰਾਜ ਨੇ। ਕਹਿੰਦੇ ਜੀ ਅਸੀਂ ਪ੍ਰਸ਼ਾਦਾ ਛਕੇ ਬਿਨਾਂ ਤੁਹਾਡੇ ਦਰਸ਼ਨ ਨਹੀਂ ਕਰਦੇ। ਆਖਿਆ ਲਓ ਆਹ ਸ਼ਾਸਤਰ ਲਾਓ ਤੇ ਇਹਦੇ ਦਰਸ਼ਨਾਂ 'ਚ ਹੀ ਅਸੀਂ। ਤੇ ਮਹਾਰਾਜ ਦਰਸ਼ਨ ਦਿੰਦੇ ਰਹੇ ਜਦੋਂ ਸ਼ਾਸਤਰ ਦੇ ਦਰਸ਼ਨ ਕਰਦੇ ਸੀ। ਮਾਤਾ ਸਾਹਿਬ ਦੇਵਾਂ ਦਾ ਪ੍ਰਣ ਸੀ ਵੀ ਅਸੀਂ ਇਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਗਾਫਾ ਛਕਾਏ ਤੋਂ ਬਿਨਾਂ ਪ੍ਰਸ਼ਾਦਾ ਛਕਾਏ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਸੀ ਛਕਦੇ ਮਾਤਾ ਸਾਹਿਬ ਦੇਵਾਂ ਜੀ। ਤੇ ਬਾਅਦ ਵਿੱਚ ਵੇਖੋ ਵੀ ਗੁਰੂ ਕਲਗੀਧਰ ਪਾਤਸ਼ਾਹ ਸੱਚਖੰਡ ਜਦ ਬਿਰਾਜਣ ਲੱਗੇ ਜਦੋਂ ਮਾਤਾ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਤਾਂ ਤੁਹਾਡੇ ਦਰਸ਼ਨ ਕੀਤੇ ਬਿਨਾਂ ਕਦੀ ਅੱਜ ਤੀਕਰ ਜਿਉਂ ਆਏ ਹਾਂ ਗੱਫਾ ਨਹੀਂ ਛਕਿਆ ਕਦੇ ਮੂੰਹ ਨੂੰ ਗਰਾਸੀ ਨਹੀਂ ਲਾਈ ਕਿ ਬੁਰਕੀ ਨਹੀਂ ਲਾਈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਸਾਹਿਬ ਦੇ ਨੂੰ ਵੀ ਸ਼ਾਸਤਰ ਕਿਰਪਾਨ ਭੇਂਟ ਕੀ ਬਖਸ਼ਿਸ਼ ਕੀਤੀ। ਤਾਂ ਮਾਤਾ ਜੀ ਕਈ ਵਰੇ 35 ਵਰੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ। ਤੇ ਮਾਤਾ ਜੀ ਉਹ ਸ਼ਾਸਤਰ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਤੇ ਫਿਰ ਪ੍ਰਸ਼ਾਦਾ ਛਕ ਲੈਂਦੇ ਸਨ। ਸਾਫ ਦਰਸ਼ਨ ਹੁੰਦੇ ਰਹੇ। ਤਾਂ ਸ਼ਾਸਤਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਵਾਸਾ ਜਦੋਂ ਦੇ ਘਰਾਂ ਚੋਂ ਬਾਹਰ ਗਏ ਸਾਧ ਸੰਗਤ ਜੀ ਦੁੱਖ ਹੀ ਦੁੱਖ ਹੈ। ਤੇ ਜਿਹੜੇ ਮਸੰਦ ਸਨ ਜਿਹੜੇ ਸਹੂਲਤਾਂ ਜਿਨ੍ਹਾਂ ਨੂੰ ਅਮੀਰੀ ਕਰਕੇ ਬਹੁਤੀਆਂ ਪ੍ਰਾਪਤ ਹੋ ਗਈਆਂ ਉਹ ਫਿਰ ਡਰ ਲੱਗਦਾ ਨਾ ਵੀ ਮੇਰਾ ਆ ਵੀ ਖੁੱਸ ਜਾਊਗਾ। ਰਾਜ ਦੀ ਗੱਲ ਕੌਣ ਕਰੇਗਾ ਜਿਹਦੇ ਕੋਲ ਕੁਝ ਨਹੀਂ। ਜਿਹਦੇ ਕੋਲ ਪੂਰੀ ਆਨੰਦ ਮੰਗਲ ਹੈ ਉਹ ਕਿਉਂ ਰਾਜ ਦੀ ਗੱਲ ਕਰੇਗਾ। ਉਹਨੂੰ ਪਤਾ ਹੈ ਵੀ ਰਾਜ ਦੇ ਵਿੱਚੋਂ ਕੀ ਮਿਲਣਾ ਹੈ। ਹੁਣ ਸਾਡਾ ਹੁਣੇ ਹੀ ਰਾਜ ਹੈ ਚੜ੍ਹਦੀ ਕਲਾ ਵੀ ਠਾਣੇ ਬਿਠਾਣੇ ਚੱਲਦੀ ਹੈ ਪਾਸੇ ਆਸੇ ਪੂਰੀ ਚਮਕੀ ਹੈ ਲੀਡਰੀ। ਉਹ ਫਿਰ ਉਹੋ ਜਿਹਾ ਹਿਸਾਬ ਕਿਤਾਬ ਬਣ ਜਾਂਦਾ। ਉਹ ਆਜ਼ਾਦ ਹੀ ਗਿਣਦੇ ਆਪਦੇ ਆਪ ਨੂੰ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਇਹੋ ਜਿਹੀ ਤਕਰੀਰਾਂ ਸੁਣ ਕੇ ਜਦੋਂ ਪੂਰਾ ਤਿਆਰਾ ਜੰਗ ਯੁੱਧ ਦਾ ਕਰਨਾ ਆਰੰਭ ਕਰ ਦਿੱਤਾ ਪਾਤਸ਼ਾਹ ਨੇ ਜਿਹੜੇ ਸਿੱਖ ਸਨ ਮਹਾਰਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ। ਜਿਹੜੇ ਗੁਰੂ ਘਰ ਦੀ ਮਾਇਆ ਖਾਂਦੇ ਸੀ ਸਾਡੇ ਵਰਗੇ ਮਸੰਦ ਬਾਬਾ ਜੀ ਉਹ ਸੱਚੇ ਪਾਤਸ਼ਾਹ ਮਹਾਰਾਜ ਦੀ ਇਹੋ ਜਿਹੀ ਤਕਰੀਰ ਸੁਣ ਕੇ ਲੱਤਾਂ ਕੰਬ ਗਈਆਂ। ਮਾਤਾ ਗੰਗਾ ਜੀ ਨੂੰ ਵੀ ਬੇਨਤੀਆਂ ਕਰਦੇ ਵੀ ਰੋਕੋ। ਜਦੋਂ ਮਹਾਰਾਜ ਨਾ ਰੁਕੇ ਫਿਰ ਇੱਕ ਦੂਜੇ ਨੂੰ ਮੋਢੇ ਮਾਰ ਮਾਰ ਪੁੱਛਦੇ ਆ ਵੀ ਹੁਣ ਕਿਵੇਂ ਹੋਏਗਾ ਕਿਆ ਕਰਹਿ ਕਿਵੇਂ ਹੋਏ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਧਰ ਨੂੰ ਤੁਰ ਪਏ ਹੈ। ਸਾਰਿਆਂ ਮਸੰਦਾਂ ਦੀ ਚਿੰਤਾ ਵੱਧ ਗਈ ਸਿੱਖਾਂ ਦਾ ਚਾਅ ਵੱਧ ਗਿਆ। ਸੱਚੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਇੱਥੇ ਅੱਗੇ ਜਿਵੇਂ ਮਹਾਰਾਜ ਤਖਤ 'ਤੇ ਬਿਰਾਜਮਾਨ ਹੋਏ ਉਹ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਇੱਥੇ ਸਮਾਪਤੀ ਹੈ। ਗਰੀਬ ਨਵਾਜ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਸਿੱਖਣ ਵਿਖੈ ਆਨੰਦਤਾ ਜਿਮ ਰਾਵਤੀ ਅਰ ਬਿੰਦ ਕਿਆ ਕਰਹਿ ਕਿਮ ਹੋਏ ਹੈ ਚਿੰਤ ਮਸੰਦ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।